from Matthew chapter 17. ਮਤੀ ਦੀ ਕਿਤਾਬ ਉਹਦਾ 17 ਚੈਪਟਰ ਖੋਲਾਂਗੇ। At the start, I just want Akash to read in Punjabi the whole passage. So I just want you to listen. ਤੇ ਮੈਂ ਤੁਹਾਡੇ ਲਈ ਹੁਣ ਮਤੀ ਉਹਦਾ 17 ਦਾ 1 ਤੋਂ 13 ਤੱਕ ਪੜਾਂਗਾ ਤਾਂ ਤੁਸੀਂ ਧਿਆਨ ਨਾਲ ਸੁਣਨਾ ਸਾਰੇ। Okay. So if everybody can settle down. And then we're gonna... ਸਾਰੇ ਨੇ ਸਹੀ ਢੰਗ ਨਾਲ ਦਿਓ। So when you're ready, Akash, then you can read slowly so they can all. Okay. Listen, guys. Keep your notebooks, but I need you to listen, okay? It is very important to listen. ਤੇ ਹੁਣ ਆਪਾਂ ਮਤੀ ਦੀ ਕਿਤਾਬ ਉਹਦਾ 17 1 ਤੋਂ 13 ਤੱਕ ਮੈਂ ਪੜਾਂਗਾ। ਪ੍ਰਭੂ ਦੇ ਰੂਪ ਦਾ ਜਲਾਲੀ ਹੋਣਾ। 6 ਦਿਨਾਂ ਪਿੱਛੋਂ ਯੀਸ਼ੂ ਪਤਰਸ ਅਤੇ ਯਾਕੂਬ ਅਤੇ ਉਹਨਾਂ ਦੇ ਭਾਈ ਯਹੂਨਾ ਨੂੰ ਨਾਲ ਲੈ ਕੇ ਉਹਨਾਂ ਨੂੰ ਇੱਕ ਉੱਚੇ ਪਹਾੜ ਉੱਤੇ ਵੱਖਰਾ ਲੈ ਗਿਆ ਅਤੇ ਉਹਦਾ ਰੂਪ ਉਹਨਾਂ ਦੇ ਸਾਹਮਣੇ ਬਦਲ ਗਿਆ ਔਰ ਉਹਦਾ ਮੂੰਹ ਸੂਰਜ ਵਾਂਗੂ ਚਮਕਿਆ ਅਤੇ ਉਹਦੇ ਕੱਪੜੇ ਚਾਨਣ ਵਾਂਗ ਚਿੱਟੇ ਹੋ ਗਏ ਔਰ ਵੇਖੋ ਜੋ ਮੂਸਾ ਅਤੇ ਏਲੀਆ ਉਸ ਨਾਲ ਗੱਲਾਂ ਕਰਦੇ ਉਹਨਾਂ ਨੂੰ ਵਿਖਾਈ ਦਿੱਤੇ ਤਾਂ ਪਤਰਸ ਨੇ ਅੱਗੋਂ ਯੀਸ਼ੂ ਨੂੰ ਆਖਿਆ ਪ੍ਰਭੂ ਜੀ ਸਾਡਾ ਇੱਥੇ ਆਉਣਾ ਚੰਗਾ ਹੈ ਜੇ ਤੂੰ ਚਾਹੇ ਤਾਂ ਇੱਥੇ 3 ਡੇਰੇ ਬਣਾਵਾਂ ਇੱਕ ਤੇਰੇ ਲਈ ਇੱਕ ਮੂਸਾ ਲਈ ਅਤੇ ਇੱਕ ਏਲੀਆ ਲਈ ਉਹ ਅਜੇ ਬੋਲਦਾ ਹੀ ਸੀ ਕਿ ਵੇਖੋ ਇੱਕ ਜੋਤਮਾਨ ਬੱਦਲ ਨੇ ਉਹਨਾਂ ਉੱਤੇ ਛਾਂ ਕੀਤੀ ਅਤੇ ਵੇਖੋ ਉਸ ਬੱਦਲ ਵਿੱਚੋਂ ਇੱਕ ਆਵਾਜ਼ ਇਹ ਕਹਿੰਦੀ ਆਈ ਜੋ ਇਹ ਮੇਰਾ ਪਿਆਰਾ ਪੁੱਤਰ ਹੈ ਜਿਸ ਤੋਂ ਮੈਂ ਪ੍ਰਸੰਨ ਹਾਂ ਉਹਦੀ ਸੁਣੋ ਅਤੇ ਚੇਲੇ ਇਹ ਸੁਣ ਕੇ ਮੁੱਦੇ ਮੂੰਹ ਡਿੱਗ ਪਏ ਅਤੇ ਬਹੁਤ ਡਰੇ ਪਰ ਯੀਸ਼ੂ ਨੇ ਨੇੜੇ ਆਣ ਕੇ ਉਹਨਾਂ ਨੂੰ ਛੂਇਆ ਅਤੇ ਕਿਹਾ ਉੱਠੋ ਅਤੇ ਨਾ ਡਰੋ ਤਾਂ ਉਹਨਾਂ ਨੇ ਆਪਣੀਆਂ ਅੱਖਾਂ ਚੁੱਕ ਕੇ ਹੋਰ ਕਿਸੇ ਨੂੰ ਨਹੀਂ ਪਰ ਇਕੱਲੇ ਯੀਸ਼ੂ ਨੂੰ ਡਿੱਠਾ ਜਾਂ ਉਹ ਪਹਾੜ ਉਤਰਦੇ ਸਨ ਤਾਂ ਯੀਸ਼ੂ ਨੇ ਉਹਨਾਂ ਨੂੰ ਹੁਕਮ ਦਿੱਤਾ ਭਾਈ ਜਦ ਤੱਕ ਮਨੁੱਖ ਦਾ ਪੁੱਤਰ ਮੁਰਦਿਆਂ ਵਿੱਚੋਂ ਜੀ ਨਾ ਉੱਠੇ ਇਸ ਦਰਸ਼ਨ ਦੀ ਗੱਲ ਕਿਸੇ ਨੂੰ ਨਾ ਦੱਸਿਓ ਤਾਂ ਉਹਦੇ ਚੇਲਿਆਂ ਨੇ ਉਸ ਨੂੰ ਪੁੱਛਿਆ ਫਿਰ ਗ੍ਰੰਥੀ ਕਿਉਂ ਆਖਦੇ ਹਨ ਜੋ ਏਲੀਆ ਦਾ ਪਹਿਲਾਂ ਆਉਣਾ ਜ਼ਰੂਰੀ ਹੈ ਉਸ ਨੇ ਉੱਤਰ ਦਿੱਤਾ ਜੋ ਏਲੀਆ ਠੀਕ ਆਉਂਦਾ ਹੈ ਅਤੇ ਸਭ ਕੁਝ ਬਹਾਲ ਕਰੇਗਾ ਪਰ ਮੈਂ ਤੁਹਾਨੂੰ ਆਖਦਾ ਹਾਂ ਭਾਈ ਏਲੀਆ ਤਾਂ ਆ ਚੁੱਕਿਆ ਪਰ ਉਹਨਾਂ ਨੇ ਉਹਨਾਂ ਨੂੰ ਨਾ ਪਛਾਣਿਆ ਪਰ ਜੋ ਕੋਈ ਉਹਨਾਂ ਨੂੰ ਚਾਹੇ ਸੋ ਉਹਦੇ ਨਾਲ ਕੀਤਾ ਇਸੇ ਤਰ੍ਹਾਂ ਮਨੁੱਖ ਦਾ ਪੁੱਤਰ ਵੀ ਉਹਨਾਂ ਦੇ ਹੱਥੋਂ ਦੁੱਖ ਪਾਵੇਗਾ ਤਦ ਚੇਲਿਆਂ ਨੇ ਸਮਝਿਆ ਉਹਨੇ ਸਾਡੇ ਨਾਲ ਯਹੂਨਾ ਬਪਤਿਸਮਾ ਦੇਣ ਵਾਲੇ ਦੀ ਗੱਲ ਕੀਤੀ ਹੈ ਆਮੀਨ Amen. How many of you understood what he just read? ਤੁਹਾਡੇ ਵਿੱਚ ਕਿੰਨਾਂ ਨੂੰ ਸਮਝ ਆਇਆ ਜੋ ਮੈਂ ਪੜਿਆ Most of you तो मेरा काम खत्म इधर उसने किया प्रचार ना Did you understand? ਤੁਸੀਂ ਸਾਰੇ ਸਮਝੇ If not then I will talk. ਤੇ ਫਿਰ ਮੈਨੂੰ ਬੋਲਣ ਦੀ ਲੋੜ ਨਹੀਂ Come on, talk to me. You will talk. Yes, we will talk. Yes. Good. I see everybody is listening, which is good. Okay, let's look at this very first sentence that says here. Jesus took with him Peter, James, and John. ਤੇ ਹੁਣ ਆਪਾਂ ਪਹਿਲਾਂ ਦੇ ਆਏ ਉਸ ਦੀ ਵੱਲ ਜਾਵਾਂਗੇ ਯਹੂਨਾ ਨੇ ਪਤਰਸ ਯਾਕੂਬ ਯੀਸ਼ੂ ਨੇ ਪਤਰਸ ਯਾਕੂਬ ਅਤੇ ਯਹੂਨਾ ਨੂੰ ਨਾਲ ਲਿਆ There were 12 disciples. ਉਹਨਾਂ ਵਿੱਚ ਉਹ ਉੱਥੇ 12 ਚੇਲੇ ਸੀ But Jesus only took Peter, James, and John. ਪਰ ਯੀਸ਼ੂ ਮਸੀਹ ਉਹਨਾਂ ਵਿੱਚੋਂ ਪਤਰਸ ਯਾਕੂਬ ਅਤੇ ਯਹੂਨਾ ਨੂੰ ਹੀ ਨਾਲ ਲੈਂਦਾ ਸੀ Why do you think he only took 3 of them? ਕਿਉਂਕਿ ਉਹਨਾਂ 12 ਵਿੱਚੋਂ 3 ਨੂੰ ਹੀ ਕਿਉਂ ਲੈਂਦਾ ਸੀ These were the 3 ones that were closer to Jesus. ਉਹ 3 ਅਜਿਹੇ ਸੀ ਕਿ ਜੋ ਯੀਸ਼ੂ ਮਸੀਹ ਦੇ ਬਹੁਤ ਜ਼ਿਆਦਾ ਨਜ਼ਦੀਕ ਸੀ They are what we call the inner circle. ਕਿਉਂਕਿ ਯੀਸ਼ੂ ਮਸੀਹ ਦੇ ਜੋ ਮਤਲਬ ਕਿ ਜ਼ਿਆਦਾ ਨੇੜਿੰਦੇ ਦੇ ਸੀ Sometimes in a church there's a lot of people. ਪਰ ਆਪਾਂ ਚਰਚ ਦੇ ਵਿੱਚ ਦੇਖਦੇ ਹਾਂ ਤੇ ਬਹੁਤ ਸਾਰੇ ਲੋਕ ਹੁੰਦੇ ਆ But sometimes there's what you have like a frontline team or the closer team. ਪਰ ਆਪਾਂ ਦੇਖਦੇ ਹਾਂ ਕਿ ਜੋ ਫਰੰਟਲਾਈਨ ਟੀਮ ਤੇ ਹੈਲਪਰ ਟੀਮ ਆ ਪਾਸਟਰੀ ਦੇ ਬਹੁਤ ਜ਼ਿਆਦਾ ਕਰੀਬ ਨੇ So same thing, Jesus had 3 that were very close to him. ਉਹਨਾਂ ਵਿੱਚੋਂ 12 ਵਿੱਚੋਂ ਯੀਸ਼ੂ ਮਸੀਹ 3 ਸੀ ਜੋ ਬਹੁਤ ਜ਼ਿਆਦਾ ਨਜ਼ਦੀਕ ਸੀ And this is the one that he took when he went up on the hill. ਤੇ ਉਹ 3 ਸੀਗੇ ਕਿ ਜਦੋਂ ਯੀਸ਼ੂ ਮਸੀਹ ਪਹਾੜ ਵੱਲ ਗਿਆ ਨਾ ਤਿੰਨਾਂ ਨੂੰ ਆਪਣੇ ਨਾਲ So ਲੈ now ਗਿਆ Jesus took them to a high mountain. He didn't take them to a small field. He took them on a high mountain.
ਕਿ ਯੀਸ਼ੂ ਮਸੀਹ ਉੱਥੇ ਕੋਈ ਇੱਕ ਖੇਤਾਂ ਵਿੱਚ ਨੀਚੇ ਵਾਲੇ ਖੇਤਾਂ ਵਿੱਚ ਨਹੀਂ, ਲੇਕਿਨ ਉਹਨਾਂ ਨੂੰ ਉੱਚੇ ਪਹਾੜ ਦੇ ਉੱਪਰ ਲੈ ਕੇ So ਗਏ he had to do a lot of climbing. ਤੇ ਉਹ ਕਿਉਂ ਬਹੁਤ ਜ਼ਿਆਦਾ ਚੜ੍ਹਾਈ ਚੜ੍ਹਨੀ ਪਈ। Today, if you took some of the people in church hiking up the hill, they would say, "Where pastor is taking us walking up the hill." ਤੇ ਅਗਰ ਅਸੀਂ ਚਰਚ ਦੇ ਵਿੱਚੋਂ ਕੁਝ ਲੋਕਾਂ ਨੂੰ ਲਈਏ ਕਿ ਆ ਉੱਪਰ ਪਹਾੜ ਵੱਲ ਚੱਲੀਏ, ਤਾਂ ਉਹ ਸੋਚਣਗੇ ਕਿ ਪਾਸਟਰ ਸਾਨੂੰ ਕਿਉਂ ਉੱਚੇ ਪਹਾੜ ਵੱਲ ਲੈ ਕੇ ਜਾ But ਰਿਹਾ there is always a reason when Jesus takes you somewhere. ਕਿ ਉੱਥੇ ਇੱਕ ਬਹੁਤ ਹੀ ਇੱਕ ਕਾਰਨ ਹੁੰਦਾ ਕਿ ਜਦੋਂ ਯੀਸ਼ੂ ਮਸੀਹ ਕਿਸੇ ਨੂੰ ਉੱਪਰ ਲੈ ਕਿਸੇ ਜਗ੍ਹਾ ਦੇ ਉੱਪਰ ਲੈ ਕੇ ਜਾਂਦੇ। But you see, the disciples, they did not ask any question, they just went with Jesus. ਉਹਨਾਂ ਨੇ ਉੱਥੇ ਕੋਈ ਯੀਸ਼ੂ ਮਸੀਹ ਨੂੰ ਕੋਈ ਕੁਐਸਚਨ ਨਹੀਂ ਪੁੱਛਿਆ, ਸਿਰਫ ਯੀਸ਼ੂ ਮਸੀਹ ਦੇ ਨਾਲ ਚਲੇ So ਗਏ। they climbed up the hill, they reached on the top, ਉਹ ਪਹਾੜ ਵੱਲ ਚੜ੍ਹਦੇ ਗਏ ਤੇ ਉੱਚੇ ਤੇ ਪਹੁੰਚ ਗਏ। and as they reached on the top, ਜਦੋਂ ਹੀ ਉੱਚੇ ਤੇ ਪਹੁੰਚੇ, Jesus that was standing with them, Jesus when he was standing with them, ਯੀਸ਼ੂ ਮਸੀਹ ਜਦੋਂ ਉਹਨਾਂ ਤਿੰਨਾਂ ਨਾਲ ਖੜਾ ਹੋਇਆ he was transfigured before them. ਤੇ ਉੱਥੇ ਬਹੁਤ ਹੀ ਪੂਰਾ ਤਰ੍ਹਾਂ ਇੱਕ ਬਦਲਾਵ ਆ ਗਿਆ। So you can imagine Jesus standing here and all of a sudden his whole appearance changed. ਕਿ ਤੁਸੀਂ ਇਹ ਮਹਿਸੂਸ ਕਰੋ ਕਿ ਜਦੋਂ ਯੀਸ਼ੂ ਮਸੀਹ ਇੱਥੇ ਖੜੇ ਹੋਣ ਤੇ ਜੋ ਸਾਰਾ ਮਾਹੌਲ ਚੇਂਜ ਹੋ ਜਾਵੇ, ਬਦਲ ਜਾਵੇ। His face shone like the sun. ਕਿ ਉਹਦਾ ਜਿਹੜਾ ਮੂੰਹ ਆ ਉਹ ਇੱਕ ਸੂਰਜ ਦੀ ਤਰ੍ਹਾਂ ਚਮਕੇ। His clothes became as white as light. ਕਿ ਜੋ ਉਹਦੇ ਕੱਪੜੇ ਚਿੱਟੇ ਹੋ ਜਾਣ ਜਿਸ ਤਰ੍ਹਾਂ ਕਿ ਲਾਈਟ ਹੁੰਦੀ ਹੈ ਚਿੱਟੀ। Now can you imagine if you were there and you're seeing Jesus all of a sudden just change into white. ਤੇ ਤੁਸੀਂ ਇਹ ਗੱਲ ਨੂੰ ਆਪਣੇ ਆਪ ਵਿੱਚ ਮਹਿਸੂਸ ਕਰੋ ਕਿ ਜਦੋਂ ਯੀਸ਼ੂ ਮਸੀਹ ਨੂੰ ਤੁਸੀਂ ਦੇਖੋਗੇ ਸਾਰਾ ਕੁਝ ਚਮਕ ਦੀ ਤਰ੍ਹਾਂ ਹੋ ਜਾਏ ਤੇ ਚੇਂਜ ਹੋ ਜਾਏ। As this was happening, ਕਿ ਜਿਸ ਤਰ੍ਹਾਂ ਹੋਇਆ, there appeared before them ਉਹਨਾਂ ਦੇ ਯੀਸ਼ੂ ਮਸੀਹ ਦੇ ਉਸ ਤਰ੍ਹਾਂ ਦੇ ਰੂਪ ਵਿੱਚ ਆਉਣ ਤੋਂ ਪਹਿਲਾਂ appeared before them Moses and Elijah. ਕਿ ਉੱਥੇ ਜੋ ਦੋ ਹੋਰ ਚੇਲੇ ਸੀ, ਮੋਜ਼ਸ ਤੇ ਇਲਾਈਜ਼ਾ, They were talking to Jesus. ਉਹ ਯੀਸ਼ੂ ਮਸੀਹ ਨਾਲ ਗੱਲਬਾਤ ਕਰ ਰਹੇ ਸੀ। Now think if you were standing in their place, it's the three that were there, James, John and Peter, they were watching all this. ਕਿ ਤੁਸੀਂ ਉੱਥੇ ਨੂੰ ਮਹਿਸੂਸ ਕਰੋ ਕਿ ਜੋ ਉੱਥੇ ਦੋ ਜਣੇ ਹੋਰ ਆ ਗਏ, ਏਲੀਆ ਅਤੇ ਮੂਸਾ, ਤੇ ਜਿਹੜੇ ਤਿੰਨ ਜਣੇ ਸੀਗੇ ਯੂਹੰਨਾ, ਯਾਕੂਬ ਤੇ ਪਤਰਸ, ਉਹ ਖੜੇ ਦੇਖ ਰਹੇ ਸੀ। So when they saw all this happening, they were probably frightened, they were scared, they were nervous. ਜਦੋਂ ਸਾਰਾ ਕੁਝ ਆਪਣੀ ਅੱਖਾਂ ਦੇ ਨਾਲ ਦੇਖ ਰਹੇ ਸੀ ਤਾਂ ਡਰ ਗਏ। So Peter said these words. ਤੇ ਪਤਰਸ ਨੇ ਇਹ ਸ਼ਬਦ ਬੋਲੇ। He did not know what to say. ਤੇ ਉਹਨੂੰ ਇਹ ਵੀ ਨਹੀਂ ਪਤਾ ਸੀ ਕਿ ਮੈਂ ਕੀ ਬੋਲਣਾ। He said, "Lord, can we make a shelter for you like this room sort of here? Can we make this sort of room for you here?" ਤੇ ਫਿਰ ਉਸਨੇ ਕਿਹਾ ਕਿ ਕਿਆ ਖੁਦਾਵੰਦ ਅਸੀਂ ਤੇਰੇ ਲਈ ਇੱਥੇ ਕੁਝ ਰੂਮ ਬਣਾ ਦਈਏ। He said, "We'll make 3 of these shelters for you. ਇੱਥੇ ਅਸੀਂ 3 ਘਰ ਬਣਾਵਾਂਗੇ। One for you, one for Moses, and one for Elijah." ਕਿ ਇੱਕ ਤੇਰੇ ਲਈ, ਇੱਕ ਮੂਸਾ ਦੇ ਲਈ ਔਰ ਇੱਕ ਇਲਾਈਜ਼ਾ ਦੇ ਲਈ। But now you would think in your mind, why would he say these things? ਤੇ ਪਰ ਉਹਨਾਂ ਨੇ, ਤੁਸੀਂ ਦਿਮਾਗ ਦੇ ਵਿੱਚ ਸੋਚੋ ਕਿ ਉਹਨਾਂ ਨੇ ਇਹ ਚੀਜ਼ ਕਿਉਂ ਬੋਲੀ। If he's up on the mountain and Jesus has changed, why would he want a shelter up there? ਕਿ ਅਗਰ ਉੱਚੀ ਪਹਾੜੀ ਦੇ ਉੱਪਰ ਯੀਸ਼ੂ ਮਸੀਹ ਆਪਣੇ ਆਪ ਨੂੰ ਸਾਰਾ ਕੁਝ ਬਦਲ ਲਿਆ ਤੇ ਉੱਥੇ ਸਾਨੂੰ ਕਿਉਂ ਰਹਿਣ ਦੀ ਜਗ੍ਹਾ ਦੀ ਜ਼ਰੂਰਤ ਹੈ। When people are nervous, they don't know what to say, they just say things, don't they? ਤੇ ਜਦੋਂ ਲੋਕ ਨਰਵਸ ਹੋ ਜਾਂਦੇ ਆ ਤਾਂ ਉਹਨਾਂ ਨੂੰ ਕੁਝ ਨਹੀਂ ਪਤਾ ਲੱਗਦਾ ਕਿ ਅਸੀਂ ਕੀ ਬੋਲੀ ਜਾਂ ਕੀ ਬੋਲਣਾ। Because Peter, when he saw this happening, he was in shock. ਤੇ ਜਦੋਂ ਪਤਰਸ ਨੇ ਸਾਰਾ ਕੁਝ ਹੁੰਦੇ ਦੇਖਿਆ ਤਾਂ ਉਹ ਵੀ ਹੈਰਾਨ ਹੋ ਗਿਆ। So he didn't know what to say. ਤੇ ਉਹਨੂੰ ਵੀ ਨਹੀਂ ਪਤਾ ਸੀ ਕਿ ਮੈਂ ਕੀ ਬੋਲਾਂ। So as he said this, as he was speaking, ਤੇ ਜਿਸ ਤਰ੍ਹਾਂ ਉਹ ਬੋਲਿਆ, there was a bright cloud that appeared out there. ਕਿ ਉੱਥੇ ਬਹੁਤ ਹੀ ਜ਼ਿਆਦਾ ਚਮਕ ਵਾਲਾ ਬੱਦਲ ਉਹਨਾਂ ਉੱਪਰ ਆ ਗਿਆ। And the white cloud covered them. And say if he was standing here, the white cloud came and just empowered us, covered us. ਕਿ ਤੁਸੀਂ ਇਹ ਸੋਚੋ ਕਿ ਜੋ ਉੱਥੇ ਚਿੱਟਾ ਪਹਾੜ ਆਵੇ ਤੇ ਸਾਨੂੰ ਦੋਨਾਂ ਨੂੰ ਜਦ ਆਪਾਂ ਸਾਰਿਆਂ ਨੂੰ ਉੱਥੇ ਕਵਰ ਕਰ ਲਵੇ। And then a voice from the cloud began to speak. ਤੇ ਉਸ ਬੱਦਲ ਦੇ ਵਿੱਚੋਂ ਕੁਝ ਆਵਾਜ਼ ਆਵੇ ਤੇ ਬੋਲਣ ਲੱਗ ਜਾਵੇ ਉਹ ਬੱਦਲ। And the voice said, "This is my son. ਕਿ ਉੱਥੇ ਜੋ ਆਵਾਜ਼ ਆਈ ਹੋਏਗੀ ਕਿ ਇਹ ਮੇਰਾ ਪੁੱਤਰ ਹੈ। I love him. ਮੈਂ ਇਸ ਨੂੰ ਪਿਆਰ ਕਰਦਾ ਹਾਂ। And I am well pleased with him." ਤੇ ਮੈਂ ਇਸ ਦੇ ਨਾਲ ਬਹੁਤ ਜ਼ਿਆਦਾ ਖੁਸ਼ ਹਾਂ। And he said, "Listen to him." ਤੇ ਉਸ ਨੂੰ ਸੁਣੋ। Why did God say these words to him? ਖੁਦਾਵੰਦ ਨੇ ਇਹ ਸ਼ਬਦ ਕਿਉਂ ਕਹੇ? So the 3 that were there, he said, "Listen to what he is saying." ਕਿ ਉਹ ਤਿੰਨਾਂ ਨੂੰ ਕਿਹਾ ਗਿਆ ਕਿ ਸੁਣੋ ਜੋ ਇਹ ਕਹਿ ਰਿਹਾ। God was speaking this for a reason. ਖੁਦਾਵੰਦ ਨੇ ਜੋ ਇਹ ਬੋਲਿਆ ਉਸ ਦੇ ਪਿੱਛੇ ਵੀ ਇੱਕ ਕਾਰਨ ਸੀ। Because he knew one day that this would be recorded and be written in the book. ਕਿਉਂਕਿ ਉਸ ਯੀਸ਼ੂ ਮਸੀਹ ਨੂੰ ਪਤਾ ਸੀ ਕਿ ਇੱਕ ਦਿਨ ਇਹ ਰਿਕਾਰਡ ਕੀਤਾ ਜਾਊਗਾ ਤੇ ਕਿਤਾਬ ਦੇ ਉੱਪਰ ਲਿਖਿਆ ਜਾਊਗਾ। Yeah? And that's what he expects us to follow, what Jesus was teaching. ਤੇ ਉਹ ਸਾਡੇ ਤੋਂ ਵੀ ਇਹ ਆਸ ਰੱਖਦੇ ਨੇ ਕਿ ਜੋ ਉੱਥੇ ਲਿਖਿਆ ਗਿਆ ਜੋ ਬੋਲਿਆ ਗਿਆ ਅਸੀਂ ਉਸ ਦਾ ਪਿੱਛਾ ਕਰੀਏ। So Jesus was teaching in Matthew, Mark, Luke and John, the 4 Gospels. Jesus was teaching a lot of stuff. ਖੁਦਾਵੰਦ ਨੇ ਜੋ ਆਪਣੇ ਨਿਊ ਟੈਸਟਮੈਂਟ ਵਿੱਚ ਪਹਿਲੇ 4 ਲੋਕ ਨੇ, ਮਤੀ, ਮਰਕੁਸ, ਲੂਕਾ, ਯਹੋਨਾ, ਇਹਨਾਂ ਨੂੰ ਬਹੁਤ ਜ਼ਿਆਦਾ ਸਿਖਾਇਆ। Yeah. So now just imagine when the voice, you can imagine if you are standing here and God spoke right now, "This is my son, listen to him." What would you feel?
ਤੇ ਤੁਸੀਂ ਇਸ ਨੂੰ ਆਪਣੇ ਆਪ ਵਿੱਚ ਮਹਿਸੂਸ ਕਰੋ ਕਿ ਅਗਰ ਯਿਸੂ ਮਸੀਹ ਇੱਥੇ ਆਏ ਤਾਂ ਉੱਥੋਂ ਕਿ ਆਪਣੇ ਰਾਈਟ ਹੈਂਡ ਸਾਈਡ ਤੋਂ ਆਵਾਜ਼ ਆਵੇ ਕਿ ਇਹ ਮੇਰਾ ਪੁੱਤਰ ਹੈ, ਇਸ ਨੂੰ ਸੁਣੋ, ਤਾਂ ਤੁਸੀਂ ਕੀ ਕਰੋਗੇ? The disciples fell on their knees. ਤੇ ਜੋ ਚੇਲੇ ਸੀ ਉਹ ਆਪਣੇ ਘੁਟਨਿਆਂ ਉੱਪਰ ਚਲੇ ਗਏ, They were terrified. ਉਹ ਡਰ ਗਏ। Yeah. Would you be? ਤੁਸੀਂ ਵੀ Talk to me, guys. Would you be ਬੋਲੋ, afraid? ਤੁਸੀਂ ਵੀ ਡਰੋਗੇ? Yeah. Yes. Yeah. Only few are frightened. Some are not. ਤੁਹਾਡੇ ਵਿੱਚ Some are ਕੁਝ confused. ਡਰਨਗੇ, ਕੁਝ ਕਨਫਿਊਜ਼ ਹੋਣਗੇ। Yeah. I always said to you guys, when we read the Bible, make it in a movie, make it in a picture. Think that we are Jesus standing here. ਤੇ ਕਿ ਮੈਂ ਹਮੇਸ਼ਾ ਤੁਹਾਨੂੰ ਕਹਿੰਦਾ ਕਿ ਜੋ ਤੁਸੀਂ ਬਾਈਬਲ ਪੜ੍ਹਦੇ ਹੋ ਉਸ ਨੂੰ ਇਮੇਜਿਨ ਕਰਿਆ ਕਰੋ ਕਿ ਅਸੀਂ ਇੱਕ ਮੂਵੀ ਦੇਖ ਰਹੇ ਹਾਂ ਜਾਂ ਇੱਕ ਮੂਵੀ ਨੂੰ ਪੜ੍ਹ ਰਹੇ ਹਾਂ, ਤੇ ਦੇਖੋ ਕਿ ਅਗਰ ਯਿਸੂ ਮਸੀਹ ਇੱਥੇ ਖੜਾ, Then it becomes easy for you to understand. ਤੇ ਤੁਹਾਡੇ ਲਈ ਬਹੁਤ ਆਸਾਨੀ ਹੋਊਗਾ ਕਿ ਬਾਈਬਲ ਨੂੰ ਸਮਝਣਾ। So think that the three apostles are standing here along with Jesus. ਕਿ ਇੱਥੇ ਸੋਚੋ ਕਿ ਤਿੰਨ ਜੋ ਰਸੂਲ ਸੀਗੇ ਇੱਥੇ ਖੜੇ ਯਿਸੂ ਮਸੀਹ ਦੇ ਨਾਲ, Yeah. And the voice was speaking. ਤੇ ਉੱਥੋਂ ਉਧਰਲੇ ਪਾਸੇ ਤੋਂ ਆਵਾਜ਼ ਆ ਰਹੀ ਹੈ, You would be frightened ਤੇ ਤੁਸੀਂ ਡਰੋਗੇ because this is the voice of God. ਕਿਉਂਕਿ ਉਹ ਆਵਾਜ਼ ਉਹ ਖੁਦਾਵੰਦ ਦੀ ਆਵਾਜ਼ ਹੈ। But you know something? ਤੁਹਾਨੂੰ ਪਤਾ ਕੁਝ Some people are not frightened of the voice of God. ਕਿ ਕੁਝ ਲੋਕ ਨੇ ਜੋ ਖੁਦਾਵੰਦ ਦੀ ਆਵਾਜ਼ ਤੋਂ ਨਹੀਂ They ਡਰਦੇ, don't care about the voice of ਉਸ God ਦਾ ਧਿਆਨ ਵੀ ਨਹੀਂ ਕਰਦੇ because they don't know who God is. ਕਿਉਂਕਿ ਉਹਨਾਂ ਨੂੰ ਨਹੀਂ ਪਤਾ ਕਿ ਖੁਦਾਵੰਦ ਕੌਣ When you ਹੈ। know who your God is, ਜਦੋਂ ਤੁਹਾਨੂੰ ਪਤਾ ਲੱਗੇ ਕਿ ਤੁਹਾਡਾ ਖੁਦਾ ਕੌਣ ਆ, you will be afraid of him. ਤਾਂ ਫਿਰ ਤੁਸੀਂ ਉਸ ਤੋਂ ਡਰੋਗੇ। Yeah. If you knew that a violent criminal was coming into this area, you would lock your doors. ਕਿ ਅਗਰ ਤੁਹਾਨੂੰ ਪਤਾ ਕਿ ਕੋਈ ਵੱਡਾ ਅਪਰਾਧੀ ਇੱਥੇ ਆ ਗਿਆ, ਤੁਸੀਂ ਆਪਣੇ ਦਰਵਾਜ਼ੇ ਬੰਦ ਕਰੋਗੇ, Would you leave the door open? ਤੇ ਤੁਸੀਂ ਉਸ ਦਰਵਾਜ਼ੇ ਨੂੰ ਖੁੱਲਾ Because ਛੱਡੋਗੇ, you're scared of that person. ਤੇ ਤੁਸੀਂ ਉਸ ਤੋਂ ਡਰੋਗੇ। Same way our God, our Creator, ਇਸੇ ਤਰ੍ਹਾਂ ਖੁਦਾਵੰਦ ਜਿਸ ਨੇ ਸਾਨੂੰ ਬਣਾਇਆ, when He speaks, ਜਦੋਂ when He speaks, we need to be not frightened but scared but respectful of what He is saying. ਕਿ ਜਦੋਂ ਉਹ ਬੋਲਦਾ ਸਾਨੂੰ ਇਹ ਨਹੀਂ ਕਿ ਸਾਨੂੰ ਡਰਨਾ ਹੀ ਚਾਹੀਦਾ, ਪਰ ਸਾਨੂੰ ਉਸ ਦੀ ਆਗਿਆ ਕਰਨੀ ਚਾਹੀਦੀ ਹੈ। So the three disciples that were there, they were terrified ਕਿ ਜੋ ਤੇ ਤਿੰਨ ਰਸੂਲ ਸੀ ਉਹ ਡਰ ਗਏ that they first time experienced God speaking directly to them, and they also saw with their eyes what was happening. ਕਿਉਂਕਿ ਉਹਨਾਂ ਨੇ ਉਹ ਪਹਿਲੀ ਵਾਰ ਅਨੁਭਵ ਕੀਤਾ ਸੀ ਕਿ ਖੁਦਾਵੰਦ ਉਹਨਾਂ ਦੇ ਸਾਹਮਣੇ ਗੱਲਬਾਤ ਕਰੇ ਤੇ ਆਪਣੀ ਅੱਖਾਂ ਦੇ ਨਾਲ ਦੇਖਿਆ। So when they were on the floor, they had their face down. ਕਿ ਜਦੋਂ ਉਹ ਧਰਤੀ ਤੇ ਸੀ ਤਾਂ ਉਹਨਾਂ ਦੇ ਮੂੰਹ ਸੀ ਉਹ ਨੀਚੇ ਵੱਲ ਸੀ, Jesus came and touched them, ਤੇ ਖੁਦਾਵੰਦ ਆਇਆ ਤੇ ਉਹਨਾਂ ਨੂੰ ਛੂਹਿਆ and He said, "Stand up, get up. ਤੇ ਉਹਨਾਂ ਨੂੰ ਕਿਹਾ ਉੱਠੋ, ਖੜੇ ਹੋਵੋ, Don't be afraid." ਨਾ ਡਰੋ। When they looked up, ਜਦੋਂ ਉਹਨਾਂ ਨੇ ਉੱਪਰ ਦੇਖਿਆ, they saw no one except Jesus. ਸੋਰੀ, They saw nobody except Yeah. Jesus. ਤਾਂ ਉਹਨਾਂ ਨੇ ਉੱਥੇ ਦੇਖਿਆ ਕਿ ਕਿਸੇ ਹੋਰ ਨੂੰ ਨਹੀਂ ਦੇਖਿਆ ਬਲਕਿ ਯਿਸੂ ਮਸੀਹ ਨੂੰ ਉੱਥੇ ਦੇਖਿਆ। Because before that, they saw Elijah and Moses and Jesus. ਕਿਉਂਕਿ ਉਹਨਾਂ ਨੇ ਪਹਿਲਾਂ ਉੱਥੇ ਅਲਾਈਜ਼ਾ ਤੇ ਮੂਸਾ ਨੂੰ ਦੇਖਿਆ ਸੀ, ਪਰ ਬਾਅਦ ਵਿੱਚ ਉਹਨਾਂ ਨੇ ਸਿਰਫ ਯਿਸੂ ਮਸੀਹ ਨੂੰ ਹੀ ਦੇਖਿਆ। So they were like, "What happened? Are we dreaming? Did we really see this?" ਤਾਂ ਉਹਨਾਂ ਨੇ ਸੋਚਿਆ ਕਿ ਕਿਆ ਅਸੀਂ ਸੁਪਨਾ ਦੇਖ ਰਹੇ ਹਾਂ। Yeah. So most of you, when you experience this, you ask questions, isn't it? ਜਾਂ ਕਿ ਅਗਰ ਤੁਹਾਡੇ ਵਿੱਚੋਂ ਬਹੁਤ ਜ਼ਿਆਦਾ ਇਸ ਚੀਜ਼ ਨੂੰ ਅਨੁਭਵ ਕਰਦੇ ਹੋ, ਤੁਸੀਂ ਬਹੁਤ ਸਾਰੇ ਸਵਾਲ ਪੁੱਛਦੇ ਹੋ। So now Jesus said, "Okay, let's go down the hill." ਤੇ ਫਿਰ ਯਿਸੂ ਮਸੀਹ ਨੇ ਕਿਹਾ ਆਓ ਆਪਾਂ ਨੀਚੇ ਵੱਲ ਚੱਲੀਏ। As they were coming down the mountain, ਜਦੋਂ ਉਹ ਨੀਚੇ ਵੱਲ ਆ ਰਹੇ ਸੀ, Jesus instructed them. See, Jesus didn't just tell them, He instructed them. ਯਿਸੂ ਮਸੀਹ ਨੇ ਉਹਨਾਂ ਨੂੰ ਕੋਈ ਸਿਖਾਇਆ ਨਹੀਂ, ਯਿਸੂ ਮਸੀਹ ਨੇ ਬਲਕਿ ਉਹਨਾਂ ਨੂੰ ਆਗਿਆ ਦਿੱਤੀ। Yes, very important to understand. He instructed them. ਇਹ ਤੁਹਾਡੇ ਲਈ ਸਮਝਣਾ ਬਹੁਤ ਜ਼ਰੂਰੀ ਹੈ। ਸਿਰਫ ਹੁਣ ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਆਗਿਆ ਦਿੱਤੀ। He says, "Don't tell anybody what you have seen." ਤਾਂ ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਤੁਸੀਂ ਜੋ ਵੀ ਦੇਖਿਆ ਕਿਸੇ ਹੋਰ ਲੋਕਾਂ ਨੂੰ ਜਾ ਕੇ ਇਹ ਨਾ ਦੱਸਣਾ। He said, "Till I come back." After He says, "Until the Son of Man has been raised from the dead." ਕਿ ਜਦੋਂ ਤੱਕ ਮੈਂ ਨਾ ਆਵਾਂ ਜਾਂ ਜਦੋਂ ਤੱਕ ਮਨੁੱਖ ਦਾ ਪੁੱਤਰ ਜੀਵਿਆਂ ਵਿੱਚ ਮੁਰਦਿਆਂ ਵਿੱਚੋਂ ਨਾ ਉੱਠੇ, ਉਦੋਂ ਤੱਕ ਤੁਸੀਂ ਇਹ ਗੱਲ ਕਿਸੇ ਨੂੰ ਨਾ ਦੱਸਣਾ। That is the reason why Jesus wanted them to keep it a secret till He was risen from the dead. ਇਹਦੇ ਪਿੱਛੇ ਵੀ ਕੋਈ ਕਾਰਨ ਸੀ ਕਿ ਯਿਸੂ ਮਸੀਹ ਨੇ ਉਹਨਾਂ ਨੂੰ ਕਿਉਂ ਕਿਹਾ ਕਿ ਤੁਸੀਂ ਉਦੋਂ ਤੱਕ ਨਾ ਦੱਸਣਾ ਜਦੋਂ ਤੱਕ ਮੈਂ ਮੁਰਦਿਆਂ ਵਿੱਚੋਂ ਨਾ ਜੀ ਉੱਠਾਂ। Because a lot of people, when they hear from God, they go telling everybody. ਕਿ ਜਦੋਂ ਉਹ ਲੋਕ ਕਿਸੇ ਹੋਰ ਨੂੰ ਜਾ ਕੇ ਇਹ ਗੱਲਾਂ ਦੱਸਦੇ ਤਾਂ ਉਹਨਾਂ ਨੇ ਹੋਰ ਲੋਕਾਂ ਨੂੰ ਜਾ ਕੇ ਇਸ ਦੀ ਗੱਲਾਂ ਦੇ And ਬਾਰੇ they ਦੱਸਣਾ। bring a lot of confusion. ਤੇ ਇਹਨਾਂ ਵਿੱਚ ਬਹੁਤ ਜ਼ਿਆਦਾ ਕਨਫਿਊਜ਼ਨ ਵੀ ਹੋ ਸਕਦੀ ਸੀ। That's why Jesus said to them, "Do not tell anybody." ਇਸ ਕਰਕੇ ਯਿਸੂ ਮਸੀਹ ਨੇ ਉਹਨਾਂ ਨੂੰ ਕਿਹਾ ਕਿ ਕਿਸੇ ਹੋਰ ਨੂੰ ਨਾ ਦੱਸਣਾ। This was a very big thing. ਇਹ ਬਹੁਤ ਵੱਡੀ ਗੱਲ ਆ। But Jesus said, "No, hold on till later." ਯਿਸੂ ਮਸੀਹ ਨੇ ਕਿਹਾ ਕਿ ਇਸ ਨੂੰ ਰੱਖੋ, ਬਾਅਦ ਵਿੱਚ ਦੇਖਾਂਗੇ। Sometimes God will show you things as well. ਕਈ ਵਾਰ ਖੁਦਾਵੰਦ ਵੀ ਸਾਨੂੰ ਇਸ ਤਰ੍ਹਾਂ ਦੀਆਂ ਚੀਜ਼ਾਂ ਦਿਖਾਉਂਦਾ। If God speaks to you, God speaks to you now, ਅਗਰ ਖੁਦਾਵੰਦ ਤੁਹਾਡੇ ਨਾਲ ਗੱਲਬਾਤ ਕਰਦਾ ਜਾਂ ਹੁਣ ਗੱਲਬਾਤ ਕਰਦਾ, He will tell you when to tell the people. ਤੇ ਉਹ ਤੁਹਾਨੂੰ ਦੱਸੂਗਾ ਕਿ ਕਦੋਂ ਲੋਕਾਂ ਨੂੰ ਦੱਸਣਾ। It doesn't mean that God tells you to go and now tell everyone. ਕਿ ਇਹਦਾ ਮਤਲਬ ਇਹ ਨਹੀਂ ਕਿ ਅਗਰ ਖੁਦਾਵੰਦ ਨੇ ਤੁਹਾਨੂੰ ਹੁਣ ਦਿਖਾਤੇ ਜਾਓ ਲੋਕਾਂ ਵੀ ਸ਼ੇਅਰ There ਕਰੋ। is a time and a place when He will want you to release that word.
ਉੱਥੇ ਵੀ ਕੋਈ ਸਮਾਂ ਹੁੰਦਾ ਕਿ ਜਦੋਂ ਤੁਸੀਂ ਉਹ ਸ਼ਬਦ ਨੇ ਲੋਕਾਂ ਦੇ ਵਿੱਚ ਆ ਕੇ ਦੱਸੋ। Sometimes they hear, I heard God say this to me right now, and they go blah 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 all over the place. ਕਿ ਅਗਰ ਕਈ ਵਾਰ ਕੀ ਹੁੰਦਾ ਖੁਦਾ ਤੁਹਾਡੇ ਨਾਲ ਗੱਲਬਾਤ ਕਰੇ ਤੁਸੀਂ ਬਾਹਰ ਜਾ ਕੇ ਉਸ ਦੀ ਗੱਲਾਂ ਹੀ ਗੱਲਾਂ ਕਰੀ ਚੱਲੋ। Not gala gala, they share it with people quickly. ਜਾਂ ਕਿ ਉਹ ਉਸੇ ਟਾਈਮ ਦੇ ਵਿੱਚ ਲੋਕਾਂ ਦੇ ਵਿੱਚ ਜਾ ਕੇ ਸ਼ੇਅਰ ਕਰ ਦਿੰਦੇ ਆ। If God shows you, ask God, is it now that I need to share this or when? ਕਿ ਅਗਰ ਖੁਦਾ ਤੁਹਾਡੇ ਨਾਲ ਗੱਲਬਾਤ ਕਰਦਾ ਤਾਂ ਖੁਦਾ ਨੂੰ ਪੁੱਛੋ ਕਿ ਹੁਣ ਜਾ ਕੇ ਮੈਂ ਲੋਕਾਂ ਦੇ ਵਿੱਚ ਦੱਸਾਂ ਜਾਂ ਕਦੋਂ। Because God is a God of order and He will keep that order. ਕਿਉਂਕਿ ਖੁਦਾਵੰਦ ਇੱਕ ਆਰਡਰ ਦਾ ਖੁਦਾ ਹੈ ਤੇ ਉਸ ਆਰਡਰ ਨੂੰ ਖੁਦਾਵੰਦ Order. ਉਸ ਆਰਡਰ ਨੂੰ ਬਣਾ ਕੇ ਰੱਖਦਾ। ਆਰਡਰ ਨੂੰ ਕੀ? Yes, you understand? So these are important things for us to learn from this story what Jesus was teaching them, the apostles. ਜੇ ਸਾਡੇ ਵਿੱਚ ਸਾਨੂੰ ਇਹ ਚੀਜ਼ ਸਿੱਖਣ ਦੀ ਲੋੜ ਹੈ ਕਿ ਜੋ ਖੁਦਾਵੰਦ ਨੇ ਆਪਣੇ ਰਸੂਲਾਂ ਦੇ ਨਾਲ ਗੱਲਬਾਤ ਕੀਤੀ। Yeah, because a lot of times we don't understand it and we do a lot of things and we cause a lot of confusion in the church or wherever we go. ਜੀ ਕਈ ਵਾਰ ਕੀ ਹੁੰਦਾ ਕਿ ਅਗਰ ਖੁਦਾਵੰਦ ਸਾਡੇ ਨਾਲ ਕੋਈ ਗੱਲਬਾਤ ਕਰਦਾ ਸੀ ਡਾਇਰੈਕਟਲੀ ਆ ਕੇ ਲੋਕਾਂ ਦੇ ਵਿੱਚ ਉਸ ਨੂੰ ਦੱਸ ਦਿੰਦੇ ਆ ਤੇ ਉਸ ਤੋਂ ਬਾਅਦ ਬਹੁਤ ਜ਼ਿਆਦਾ ਕਨਫਿਊਜ਼ਨ ਚਰਚ ਦੇ ਵਿੱਚ ਹੈ ਜਿੱਥੇ ਤੁਸੀਂ ਕੋਈ ਗੱਲਬਾਤ ਕਰਦੇ ਹੋ ਉੱਥੇ। The other thing also is understanding God. ਤੇ ਇਸ ਦੇ ਵਿੱਚ ਇੱਕ ਗੱਲ ਹੋਰ ਹੈ ਕਿ ਖੁਦਾਵੰਦ ਨੂੰ ਸਮਝਣਾ। When God speaks to you, ਅਗਰ ਖੁਦਾਵੰਦ ਤੁਹਾਡੇ ਨਾਲ ਗੱਲਬਾਤ ਕਰਦਾ there is a reason what He's telling you to do. ਤੇ ਉਹਦੇ ਪਿੱਛੇ ਕੋਈ ਕਾਰਨ ਹੁੰਦਾ ਖੁਦਾਵੰਦ ਤੁਹਾਨੂੰ ਕੀ ਕਹਿੰਦਾ ਕੁਝ ਕਰਨ ਦੇ ਲਈ। If Jesus appeared to you here, if He opened the door and came out, would you be sitting there? ਅਗਰ ਖੁਦਾਵੰਦ ਉਸ ਦਰਵਾਜ਼ੇ ਨੂੰ ਖੋਲ ਕੇ ਬਾਹਰ ਆਵੇਗਾ ਤੁਸੀਂ ਇੱਥੇ ਬੈਠੇ ਰਹੋਗੇ? What would you do? ਤੇ ਤੁਸੀਂ ਕੀ ਕਰੋਗੇ? bow down. I don't think anybody will be able to stand in front of Him. Yeah? I don't think anybody will be able to stand before Him. ਕਿ ਮੈਨੂੰ ਨਹੀਂ ਲੱਗਦਾ ਕਿ ਆਪਣੇ ਵਿੱਚੋਂ ਕੋਈ ਵੀ ਖੁਦਾਵੰਦ ਦੇ ਅੱਗੇ ਸਾਹਮਣੇ ਖੜਨ ਦੀ ਕਿਸੇ ਦੀ ਸ਼ਮਤਾ ਹੋਵੇ। Yeah, that is how we need to learn that on a day-to-day basis. ਕਿ ਇਸੇ ਤਰ੍ਹਾਂ ਸਾਨੂੰ ਆਪਣੇ ਦਿਨ ਪ੍ਰਤੀ ਦਿਨ ਇੱਕ ਗੱਲ ਸਿੱਖਣ ਦੀ ਜ਼ਰੂਰਤ ਹੈ। Even today, I believe Jesus is around here. The Holy Spirit is here. ਕਿ ਮੇਰਾ ਅੱਜ ਵੀ ਇਹ ਮੰਨਣਾ ਕਿ ਜੋ ਪਵਿੱਤਰ ਆਤਮਾ ਆਪਣੇ ਆਲੇ ਦੁਆਲੇ ਆ। So we need to learn that reverence for God. ਕਿ ਸਾਨੂੰ ਉਹ Reverence, respect. ਸਾਨੂੰ ਉਹ ਪ੍ਰਕਾਸ਼ ਤੇ ਸਾਨੂੰ ਉਹ ਪ੍ਰਕਾਸ਼ ਜਾਣਨ ਦੀ ਜ਼ਰੂਰਤ ਆ। ਉਸ ਆਗਿਆਕਾਰ ਖੁਦਾਵੰਦ ਦੀ ਆਗਿਆ ਕਰਨ ਦੀ ਜ਼ਰੂਰਤ ਆ। Yeah. Let me just show you another story back in the Old Testament only. It is in Exodus chapter 20. ਤੇ ਹੁਣ ਆਪਾਂ ਉਤਪਤੀ ਕਿਤਾਬ ਉਸ ਦਾ 24 ਕੱਢਾਂਗੇ। ਕੂਚ Yeah. 24। Okay. You don't have to open your Bible, just listen. You can mark it down and then you can read. 24 It's from chapter 20. You can read the whole of 20 till 21. You can read it later, but now look at me. ਕੂਚ ਦੀ ਕਿਤਾਬ ਉਹਦਾ 20 ਦਾ 1 ਤੋਂ 20 ਤੱਕ ਤੁਸੀਂ ਸਾਰੇ ਜਣੇ ਜਾ ਕੇ ਘਰੇ ਜਾ ਕੇ ਪੜ੍ਹ ਲਿਓ। At this time, God had told Moses to call all the people, because God was on the mountain at that time. He was telling, bring all the people closer. ਤੇ ਉਸ ਦੇ ਬਾਅਦ ਖੁਦਾਵੰਦ ਨੇ ਮੂਸਾ ਨੂੰ ਕਿਹਾ ਕਿ ਸਾਰੇ ਲੋਕਾਂ ਨੂੰ ਆਪਣੇ ਕੋਲ ਲੈ ਕੇ ਆ। He said, go and call the people, consecrate them today. Consecrate them. ਕਿ ਲੋਕਾਂ ਨੂੰ ਆਪਣੇ ਕੋਲ ਲੈ ਕੇ ਆ ਤੇ ਉਹਨਾਂ ਵੱਲ ਧਿਆਨ ਦੇ। So they repent of their sins, they cleanse themselves. ਕਿ ਉਹ ਆਪਣੇ ਜੋ ਪਾਪਾਂ ਤੋਂ ਪਛਤਾਵਾ ਕਰਨ ਤੇ ਆਪਣੇ ਆਪ ਨੂੰ ਸਾਫ਼ ਕਰਨ। And he says, tomorrow I will speak to them. ਤੇ ਕੱਲ ਮੈਂ ਉਹਨਾਂ ਨਾਲ ਗੱਲਬਾਤ ਕਰਾਂਗਾ। So if you look at verse 18, ਅਗਰ ਤੁਸੀਂ 18 ਆਇਤ ਵੱਲ ਦੇਖੋ, when all the people came to the mountain, ਜਦੋਂ ਸਾਰੇ ਲੋਕ ਪਹਾੜ ਵੱਲ ਚਲੇ ਗਏ, they saw, because when God appeared at that time, there was a lot of thunder and lightning. ਕਿ ਅਗਰ ਉੱਥੇ ਮਤਲਬ ਕਿ ਜਦੋਂ ਖੁਦਾਵੰਦ ਉਸ ਜਗ੍ਹਾ ਤੇ ਉੱਥੇ ਬਹੁਤ ਜ਼ਿਆਦਾ ਬਿਜਲੀ ਗਿਰ ਰਹੀ ਸੀ ਤੇ ਬੱਦਲ ਫੜ ਰਹੇ ਸੀ ਤੇ ਮੀਂਹ ਬਹੁਤ ਆਇਆ ਪਿਆ ਸੀ। They saw, they heard the trumpet and they saw the mountain in smoke. ਕਿ ਉਹਨਾਂ ਨੇ ਕੀ ਦੇਖਿਆ ਕਿ ਤੂਰੀ ਵੱਜੀ ਤੇ ਜੋ ਪਹਾੜ ਸੀ ਉਸ ਦੇ ਵਿੱਚੋਂ ਮਤਲਬ ਕਿ ਇੱਕ ਧੂਆਂ ਨਹੀਂ ਕਹਿ ਦਿੰਦੇ ਉਹ ਹੋ ਰਿਹਾ ਸੀ। Yeah. They trembled with fear. ਤੇ ਉਹ ਡਰ ਗਏ ਸੀ ਉੱਥੇ। They stayed at a distance. They didn't want to come close. ਉਹ ਨੇੜੇ ਨਹੀਂ ਗਏ ਬਲਕਿ ਇੱਕ ਦੂਰੀ ਦੇ ਉੱਪਰ ਪਿੱਛੇ ਹੀ ਖੜੇ ਰਹੇ। And they said to Moses, ਤੇ ਉਹਨਾਂ ਨੇ ਮੂਸਾ ਨੂੰ ਕਿਹਾ, you speak to us. ਕਿ ਤੂੰ ਸਾਡੇ ਨਾਲ ਗੱਲਬਾਤ ਕਰ। And we will listen. ਤੇ ਅਸੀਂ ਸੁਣਾਂਗੇ। But do not let God talk to us. ਪਰ ਖੁਦਾਵੰਦ ਨੂੰ ਨਾ ਕਹੇ ਕਿ ਸਾਡੇ ਨਾਲ ਗੱਲਬਾਤ ਕਰੇ। Or we will die. ਤੇ ਫਿਰ ਅਸੀਂ ਕੀ ਕਰਾਂਗੇ? ਅਸੀਂ ਮਰ ਜਾਵਾਂਗੇ। Listen to me again. He says, the people told Moses, you speak to us. ਲੋਕਾਂ ਨੇ ਮੂਸਾ ਨੂੰ ਕਿਹਾ ਕਿ ਤੂੰ ਸਾਡੇ ਨਾਲ ਗੱਲਬਾਤ ਕਰ। Do not let God speak to us. ਖੁਦਾਵੰਦ ਨੂੰ ਨਾ ਅੱਗੇ ਕਰਕੇ ਸਾਡੇ ਨਾਲ ਗੱਲਬਾਤ ਕਰੇ। Or we will die. ਤੇ ਫਿਰ ਅਸੀਂ ਨਹੀਂ ਤਾਂ ਮਰ ਜਾਵਾਂਗੇ। That's how scared they were of God. ਤੁਸੀਂ ਦੇਖੋ ਕਿ ਉਹ ਲੋਕ ਕਿਸ ਤਰ੍ਹਾਂ ਖੁਦਾਵੰਦ ਦੇ ਕਲਾਮ ਤੋਂ ਡਰਦੇ Because ਸੀ। when you have an encounter with God, ਜਦੋਂ ਤੁਹਾਡੀ ਮੁਲਾਕਾਤ ਖੁਦਾਵੰਦ ਦੇ ਨਾਲ ਹੋਊਗੀ, you won't be able to do what we do now. ਤੇ ਤੁਸੀਂ ਉਹ ਕੰਮ ਨਹੀਂ ਕਰਾਂਗੇ ਜੋ ਤੁਸੀਂ ਹੁਣ ਕਰ ਰਹੇ ਹੋ। If you come in His presence, you will tremble.
ਤੇ ਜਦੋਂ ਤੁਸੀਂ ਖੁਦਾਵੰਦ ਦੀ ਉਪਾਸਨਾ ਦੇ ਵਿੱਚ ਆਓਗੇ ਤੁਸੀਂ ਵੀ ਡਰੋਗੇ। Today people take God for granted. People take God for granted today. For granted, they take it as a normal thing. Okay, ਕਿ ਖੁਦ ਕੀ ਅੱਜ ਕੀ ਲੈਂਦੇ ਕਿ ਅੱਜ ਜਿਹੜੇ ਲੋਕ ਨਾ ਖੁਦਾਵੰਦ ਨੂੰ ਇੱਕ ਨੋਰਮਲ ਚੀਜ਼ ਲੈਂਦੇ ਨੇ। Yeah. So then listen verse 20. Moses said to the people. ਤੇ 20 ਆਇਤ ਨੂੰ ਫੇਰ ਦੇਖੋ, ਮੂਸਾ ਨੇ ਲੋਕਾਂ ਨੂੰ He says, "Do not be afraid. God has come to test you, ਕਿ ਮੂਸਾ ਨੇ ਲੋਕਾਂ ਨੂੰ ਕਿਹਾ ਕਿ ਨਾ ਡਰੋ ਕਿ ਜੋ ਖੁਦਾਵੰਦ ਆ ਤੁਹਾਡੀ ਪ੍ਰੀਖਿਆ ਲਵੇਗਾ, so that the fear of God will be with you and keep you from sinning." ਕਿ ਜੋ ਖੁਦਾਵੰਦ ਦਾ ਡਰ ਆ ਤੁਹਾਡੇ ਵਿੱਚ ਹੈ ਜੋ ਤੁਹਾਨੂੰ ਉਹਨਾਂ ਪਾਪਾਂ ਤੋਂ ਬਚਾਵੇਗਾ। But the people, they still remained at a distance ਪਰ ਜੋ ਲੋਕ ਨੇ ਫੇਰ ਵੀ ਦੂਰੀ ਬਣਾਈ ਖੜੇ ਹੋਏ ਨੇ as Moses approached God. ਕਿ ਜਦੋਂ ਮੂਸਾ ਨੇ ਖੁਦਾਵੰਦ ਨੂੰ ਕਿਹਾ। I was just trying to show you this story for you to understand how we come before God. ਕਿ ਮੈਂ ਸਿਰਫ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਦੋਂ ਅਸੀਂ ਖੁਦਾਵੰਦ ਦੇ ਅੱਗੇ ਜਾਂਦੇ ਸਾਨੂੰ ਕਿਸ ਤਰ੍ਹਾਂ ਜਾਣਾ In ਚਾਹੀਦਾ। the Old Testament, when people approached God, they were scared. ਕਿ ਜਦੋਂ ਆਪਾਂ ਪੁਰਾਣੇ ਆਇਤਨਾਮੇ ਵਿੱਚ ਦੇਖਦੇ ਹਾਂ ਉੱਥੇ ਲੋਕ ਖੁਦਾਵੰਦ ਦੇ ਅੱਗੇ ਜਾਣ ਤੋਂ ਡਰਦੇ ਸੀ। Today, people come before God, they come like this. ਪਰ ਅੱਜ ਕੀ ਆ ਕਿ ਲੋਕ ਖੁਦਾਵੰਦ ਦੇ ਆ ਕੇ ਜੇਬਾਂ ਵਿੱਚ ਹੱਥ ਪਾ ਕੇ ਖੁਦਾਵੰਦ ਦੇ ਅੱਗੇ ਆਉਂਦੇ। Hi God, how are you? I'm hungry today. I need this, I need that. That's how we approach God. ਕਿ ਅੱਜ ਕੀ ਹੁੰਦਾ ਕਿ ਅਸੀਂ ਕਹਿੰਦੇ ਖੁਦਾਵੰਦ ਸਾਨੂੰ ਭੁੱਖਾ ਤੂੰ ਕਿਵੇਂ ਆ ਕੀ ਚੀਜ਼ਾਂ ਇਸ ਤਰ੍ਹਾਂ ਅਸਾਂ ਖੁਦਾਵੰਦ ਨਾਲ ਗੱਲਬਾਤ ਕਰਦੇ ਹਾਂ। That's how we take God today. ਇਸ ਤਰ੍ਹਾਂ ਅਸੀਂ ਖੁਦਾਵੰਦ ਨੂੰ ਅੱਜ ਲੈਂਦੇ So ਹਾਂ। I just want to show you how we need to come before God. ਸਿਰਫ ਮੈਂ ਤੁਹਾਨੂੰ ਇਸ ਕਹਾਣੀ ਦੇ ਦੁਆਰਾ ਹੀ ਦੱਸਣਾ ਚਾਹੁੰਦਾ ਕਿ ਕਿਸ ਤਰ੍ਹਾਂ ਸਾਨੂੰ ਖੁਦਾਵੰਦ ਦੇ ਅੱਗੇ ਆਉਣਾ ਚਾਹੀਦਾ। Yeah. If I just give you an example, ਅਗਰ ਮੈਂ ਤੁਹਾਨੂੰ ਕੋਈ ਉਦਾਹਰਣ ਦਿੰਦਾ, Amit, come here. Who stand here? Who do you think is stronger, me or him? ਤੁਹਾਡੇ ਵਿੱਚੋਂ ਕੌਣ ਜ਼ਿਆਦਾ ਤਾਕਤਵਰ ਲੱਗਦਾ, ਅਮਿਤ ਬ੍ਰਦਰ ਜਾਂ ਪਾਸਟਰ ਡਾਈਗੋ? Why? ਕਿਉਂ? Body. Why you think I'm strong? ਦੱਸੋ ਪਾਸਟਰ ਡਾਈਗੋ ਕਿਉਂ ਤਾਕਤਵਰ ਆ? If I challenge him to a fight, how you think he's going to feel? ਕਿ ਅਗਰ ਮੈਂ ਉਹਨੂੰ ਕਹਾਂ ਕਿ ਮੇਰੇ ਨਾਲ ਲੜਾਈ ਕਰਦਾ, ਤੁਸੀਂ ਸੋਚੋ ਕਿਸ ਤਰ੍ਹਾਂ ਲੜੇਗਾ? How do you feel? ਤੂੰ ਕਿਸ ਤਰ੍ਹਾਂ ਦਾ ਮਹਿਸੂਸ ਕਰੇਗਾ? Huh? Ready? ਯਾਰ Huh? You scared? Shaking? No? क्या हो रहा है? Tell the people. How do you feel? ਲੋਕਾਂ ਨੂੰ ਦੱਸ ਕਿਸ ਤਰ੍ਹਾਂ ਮਹਿਸੂਸ ਕਰ ਰਹੇ? क्या हो रहा है? मैं कमजोर। क्या हो रहा है? हार जाऊंगा। Speak. Speak. हार जाऊंगा और डर रहा हूँ। ज्यादा पिटाई होगा। हाँ? 2-3 दिन हॉस्पिटल में रहेगा। हाँ? चलो, okay, go sit down. So this is what he is feeling. If I challenge him to a fight, what will happen to him? ਕਿ ਤੁਸੀਂ ਇਹ ਦੇਖੋ ਕਿ ਉਸਨੇ ਕੀ ਮਹਿਸੂਸ ਕੀਤਾ ਕਿ ਮੈਂ ਉਸਨੂੰ ਸਿਰਫ ਕਿਹਾ ਕਿ ਮੇਰੇ ਨਾਲ ਲੜਾਈ ਕਰ। So when we come before God, he is the creator. ਕਿ ਤੁਸੀਂ ਸੋਚੋ ਕਿ ਅਗਰ ਅਸੀਂ ਖੁਦਾਵੰਦ ਦੇ ਅੱਗੇ ਆਏ ਨੇ ਜਿਸ ਨੇ ਸਾਨੂੰ ਬਣਾਇਆ, What do you think will happen to you and me? ਅਸੀਂ ਦੇਖੋ ਬਸ ਤੁਹਾਡੇ ਨਾਲ ਤੇ ਮੇਰੇ ਨਾਲ ਕੀ ਹੋਏਗਾ। If we learn to come before him in the right way, ਅਗਰ ਅਸੀਂ ਇਹ ਗੱਲ ਸਿੱਖ ਲਏ ਕਿ ਕਿਸ ਤਰ੍ਹਾਂ ਖੁਦਾਵੰਦ ਦੇ ਨਾਲ ਇੱਕ ਚੰਗੇ ਢੰਗ ਦੇ ਨਾਲ ਖੁਦਾਵੰਦ ਦੇ ਅੱਗੇ ਆਣਾ, he will welcome you. ਤਾਂ ਉਹ ਸਾਡਾ ਸਵਾਗਤ ਕਰੇਗਾ। But if not, ਅਗਰ ਨਹੀਂ what do you think he's going to do? ਤਾਂ ਤੁਸੀਂ ਸੋਚੋ ਅਗਰ ਫਿਰ ਕੀ ਹੋਏਗਾ? What do you think he'll do? ਸੋਚੋ ਕੀ ਹੋਏਗਾ? We just saw in the stories how people were scared. They were on their knees and they cried out. They said, Moses, you speak to us. Let not God speak to me. ਤਾਂ ਤੁਸੀਂ ਆਪਾਂ ਇਹ ਕਹਾਣੀ ਦੇ ਵਿੱਚ ਦੇਖਿਆ ਕਿ ਇਸ ਤਰ੍ਹਾਂ ਲੋਕੀ ਮੁੱਦੇ ਪਾਤਰ ਤੇ ਡਿੱਗੇ ਤੇ ਮੂਸਾ ਦੀ ਰਿਕੁਐਸਟ ਕਰਦੇ ਸੀ ਕਿ ਤੂੰ ਸਾਡੇ ਨਾਲ ਗੱਲਬਾਤ ਕਰ ਲੈ, ਖੁਦਾਵੰਦ ਨੂੰ ਨਾ ਕਹਿ ਕੇ ਸਾਡੇ ਨਾਲ ਗੱਲਬਾਤ ਕਰ। Yeah. So sometimes we need to be very careful. Who are we listening to? Are we listening to God or are we listening to some voices? ਕਈ ਵਾਰ ਸਾਨੂੰ ਇਹ ਧਿਆਨਪੂਰਵਕ ਹੋਣਾ ਚਾਹੀਦਾ ਕਿ ਅਸੀਂ ਖੁਦਾਵੰਦ ਦੀ ਆਵਾਜ਼ ਸੁਣ ਰਹੇ ਹਾਂ ਜਾਂ ਅਸੀਂ ਕਿਸੇ ਹੋਰ ਦੀ ਆਵਾਜ਼ ਸੁਣ ਰਹੇ Because when it is God, ਹਾਂ। ਅਗਰ ਜੇ ਖੁਦਾ ਹੋਏਗਾ it is a whole different thing. ਤਾਂ ਉਹ ਸਾਰੀ ਗੱਲ ਅਲੱਗ ਹੀ ਹੋਵੇਗੀ। When it's a voice that you're hearing from somebody, ਅਗਰ ਅਸੀਂ ਕਿਸੇ ਹੋਰ ਦੀ ਆਵਾਜ਼ਾਂ ਸੁਣਾਂਗੇ or if you're hearing your own voice, ਜਾਂ ਅਸੀਂ ਆਪਣੀ ਹੀ ਆਵਾਜ਼ ਸੁਣਾਂਗੇ it won't be any impact. ਤਾਂ ਫਿਰ ਉਸ ਦਾ ਕੋਈ ਵੀ ਅਸਰ ਨਹੀਂ But ਹੋਏਗਾ। when you know it's God, ਅਗਰ ਤੁਸੀਂ ਜਾਣਦੇ ਹੋ ਖੁਦਾ ਹੈ you will have that fear. ਤਾਂ ਤੁਹਾਡੇ ਵਿੱਚ ਉਹ ਡਰ ਹੋਏਗਾ। Sometimes I experience it, ਕਈ ਵਾਰ ਮੈਂ ਉਸ ਚੀਜ਼ ਨੂੰ ਮਹਿਸੂਸ ਕੀਤਾ, but I do not open my mouth very easily ਪਰ ਮੈਂ ਆਪਣਾ ਮੂੰਹ ਜਲਦੀ ਨਾਲ ਨਹੀਂ ਖੋਲਦਾ। because I have to be very careful. Have I heard from God or who am I hearing from? ਮੈਂ ਇਸ ਗੱਲ ਦਾ ਬਹੁਤ ਧਿਆਨ ਰੱਖਦਾ ਕਿ ਮੈਂ ਖੁਦਾਵੰਦ ਨੂੰ ਸੁਣ ਰਿਹਾ ਜਾਂ I ਮੈਂ cannot ਕਿਸ just ਨੂੰ stand here and say God said this and God said that. No. ਮੈਂ ਇਹ ਨਹੀਂ ਕਿ ਮੈਂ ਜਲਦੀ ਵੀ ਜਾ ਕੇ ਕਹਿ ਦੇਣਾ ਉਹ ਖੁਦਾਵੰਦ ਨੇ ਕਿਹਾ। Ask God, do I need to say this to the people now? ਕੀ ਮੈਂ ਖੁਦਾਵੰਦ ਨੂੰ ਕਹਿਣਾ ਜਾਂ ਸਾਨੂੰ ਖੁਦਾਵੰਦ ਨੂੰ ਕਹਿਣ ਦੀ ਜ਼ਰੂਰਤ ਆ ਕਿ ਕਿਆ ਹੈ ਮੈਂ ਲੋਕਾਂ ਦੇ ਵਿੱਚ ਹੁਣ ਸ਼ੇਅਰ ਕਰਾਂ? Sometimes God will give you a word for a specific person. ਕਈ ਵਾਰ ਕੀ ਹੁੰਦਾ ਕਿ ਖੁਦਾਵੰਦ ਸਾਡੇ ਨਾਲ ਕੋਈ ਕਲਾਮ ਕਿਸੇ ਇੱਕ ਖਾਸ ਲੋਕ ਦੇ ਲਈ ਕਰਦਾ। So you need to be very careful what we release from our mouth.
ਤੇ ਸਾਨੂੰ ਇਹ ਧਿਆਨ ਦੇ ਰੱਖਣਾ ਚਾਹੀਦਾ ਕਿ ਅਸੀਂ ਆਪਣੇ ਮੂੰਹ ਦੇ ਵਿੱਚੋਂ ਕੀ ਛੱਡ ਰਹੇ ਹਾਂ That's ਕੀ ਬੋਲ ਰਹੇ ਹਾਂ that's what we saw with the apostles, the disciples. Jesus said to them, "Do not tell till I rise from the dead." ਕਿ ਜਿਸ ਤਰ੍ਹਾਂ ਕਿ ਖੁਦਾਵੰਦ ਨੇ ਆਪਣੇ ਰਸੂਲਾਂ ਨੂੰ ਕਿਹਾ ਉਦੋਂ ਤੱਕ ਨਾ ਦੱਸਣਾ ਜਦੋਂ ਤੱਕ ਮੈਂ ਮੁਰਦਿਆਂ ਵਿੱਚੋਂ ਜੀਵਿਤ ਨਾ ਹੋ ਜਾਵਾਂ Because these are certain things that there is a timing for them to happen. ਇੱਥੇ ਇੱਕ ਸਮਾਂ ਨਿਰਧਾਰਿਤ ਕੀਤਾ ਹੋ ਜਾਂਦਾ ਕਿ ਉਹ ਚੀਜ਼ਾਂ ਉਸ ਸਮੇਂ ਦੇ ਵਿੱਚ ਹੀ ਹੋਣੀਆਂ ਨੇ If I felt that God told me to tell Manish something now, ਅਗਰ ਖੁਦਾਵੰਦ ਮੈਨੂੰ ਕਵੇ ਕਿ ਮੈਂ ਮਨੀਸ਼ ਬ੍ਰਦਰ ਨੂੰ ਹੁਣੀ ਗੱਲਬਾਤ ਕਰਾਂ and this is meant to be happening 1 year from now, and I'm telling him today, ਕਿ ਉਹ ਚੀਜ਼ ਹੈ ਜੋ ਇੱਕ ਸਾਲ ਬਾਅਦ ਹੋਣੀ ਹੈ ਪਰ ਮੈਂ ਉਸ ਨੂੰ ਅੱਜ ਹੀ ਕਹਿ ਦੇਵਾਂ that I'm giving him wrong direction and wrong information. ਤੇ ਫਿਰ ਮੈਂ ਉਸ ਨੂੰ ਗਲਤ ਇਨਫੋਰਮੇਸ਼ਨ ਜਾਂ ਗਲਤ ਰਸਤਾ ਦਿਖਾ ਰਿਹਾ And a lot of people I've seen over the years ਕਿ ਮੈਂ ਬਹੁਤ ਜ਼ਿਆਦਾ ਲੋਕਾਂ ਦੇਖੇ ਨੇ ਆਪਣੇ ਸਾਲਾਂ ਦੇ ਵਿੱਚ start falling on the wrong track because of wrong information was passed to them. ਕਿ ਉਹ ਕੀ ਕਰਦੇ ਨੇ ਕਿ ਗਲਤ ਰਸਤੇ ਵਿੱਚ ਚਲੇ ਜਾਂਦੇ ਨੇ ਕਿਉਂਕਿ ਜੋ ਉਹਨਾਂ ਕੋਲ ਜਾਣਕਾਰੀ ਉਹ ਵੀ ਗਲਤ ਹੀ ਦਿੱਤੀ ਜਾਂਦੀ ਹੈ Because they are listening to what you have said, ਕਿਉਂਕਿ ਉਹ ਸੁਣਦੇ ਨੇ ਜਦੋਂ ਜੋ ਅਸੀਂ ਬੋਲਦੇ ਹਾਂ and they think that you heard from God. ਤੇ ਉਹ ਕੀ ਸੋਚਦੇ ਨੇ ਕਿ ਅਸੀਂ ਖੁਦਾਵੰਦ ਦੇ ਵੱਲੋਂ ਸੁਣੀ ਹੈ And if you have not heard from God, you have passed on wrong information to him. ਕਿ ਅਗਰ ਅਸੀਂ ਉਹ ਗੱਲ ਖੁਦਾਵੰਦ ਦੇ ਵੱਲੋਂ ਨਹੀਂ ਸੁਣੀ ਤਾਂ ਅਸੀਂ ਉਹਨਾਂ ਨੂੰ ਗਲਤ ਦਿਸ਼ਾ ਵੱਲ ਲੈ ਕੇ ਜਾ ਰਹੇ ਹਾਂ So it is always when you hear from God, go back to God and say, Lord, what do I do with this? ਅਗਰ ਖੁਦਾਵੰਦ ਤੁਹਾਡੇ ਨਾਲ ਗੱਲਬਾਤ ਕਰਦਾ ਤੇ ਫਿਰ ਤੋਂ ਖੁਦਾਵੰਦ ਦੇ ਕੋਲ ਵਾਪਸ ਜਾਓ ਕਿ ਖੁਦਾਵੰਦ ਇਸ ਦੇ ਨਾਲ ਮੈਂ ਕੀ ਕਰਾਂ So let's go back into the story about the 3 apostles. ਤੇ ਹੁਣ ਅਸੀਂ ਆਓ ਫਿਰ ਤੋਂ ਕਹਾਣੀ ਵੱਲ ਜਾਂਦੇ ਜੋ ਤਿੰਨ The ਰਸੂਲਾਂ 3 of them were the inner circle. ਜੋ ਤਿੰਨ ਨੇ ਖੁਦਾਵੰਦ ਦੇ ਅੰਦਰ ਵਾਲੇ ਸਰਕਲ ਦੇ ਵਿੱਚ ਨੇ If you get closer to God, ਅਗਰ ਤੁਸੀਂ ਖੁਦਾਵੰਦ ਦੇ ਜ਼ਿਆਦਾ ਨੇੜੇ ਜਾਂਦੇ ਹੋ if you get closer to Jesus, ਅਗਰ ਤੁਸੀਂ ਖੁਦਾਵੰਦ ਦੇ ਕੋਲ ਜਾਂਦੇ ਹੋ he will take you closer to him. He will hold you. You will be with him. ਤੇ ਉਹ ਵੀ ਤੁਹਾਨੂੰ ਆਪਣੇ ਨਾਲ ਰੱਖੇਗਾ But if you're not closer to him, he cannot help you. ਅਗਰ ਤੁਸੀਂ ਖੁਦਾਵੰਦ ਦੇ ਨੇੜੇ ਨਹੀਂ ਹੋਗੇ ਤਾਂ ਉਹ ਵੀ ਤੁਹਾਡੀ ਮਦਦ ਸਹਾਇਤਾ ਨਹੀਂ Would ਕਰੇਗਾ you want to be in that inner circle closer to Jesus? ਤੇ ਤੁਸੀਂ ਕੀ ਹੋਣਾ ਚਾਹੁੰਦੇ ਹੋ ਖੁਦਾਵੰਦ ਦੇ ਨੇੜੇ Or you want to be far away? ਤੇ ਜਾਂ ਖੁਦਾਵੰਦ ਤੋਂ ਦੂਰ Do you want Jesus there, my friend? Stand next to me. ਤੇ ਤੁਸੀਂ ਇਹ ਚਾਹੁੰਦੇ ਹੋ ਖੁਦਾਵੰਦ ਤੁਹਾਨੂੰ ਕਵੇ ਇਹ ਮੇਰੇ ਦੋਸਤ ਮੇਰੇ ਕੋਲ ਆ ਖੜਾ ਹੋ Or do you want Jesus only to wave to you? Hi, how are you doing? ਜਾਂ ਕਿ ਖੁਦਾਵੰਦ ਤੁਹਾਨੂੰ ਰਸਤੇ 'ਚ ਸਿਰਫ ਹਾਈ ਹੈਲੋ ਕਵੇ What relationship you want? That Jesus says, stand next to me? ਜੇ ਤੁਸੀਂ ਖੁਦਾਵੰਦ ਦੇ ਨਾਲ ਕੀ ਰਿਸ਼ਤਾ ਬਣਾਉਣਾ ਚਾਹੁੰਦੇ ਹੋ Or ਕਿ you ਯਿਸੂ want, ਮਸੀਹ ਤੁਹਾਨੂੰ or ਆਪਣੇ you ਨਾਲ want ਖੜਾਵੇ Jesus just to wave to you and say, hi? ਜਾਂ ਸਿਰਫ ਦੂਰੀ ਤੋਂ ਹੀ ਕਿ ਹਾਈ ਹੈਲੋ The choice is yours. ਚੁਆਇਸ ਤੁਹਾਡੀ ਆ Whatever you do, ਜੋ ਵੀ ਤੁਸੀਂ ਕਰਦੇ ਹੋ as long as you're close to Jesus, ਕਿ ਉਹ ਸਭ ਚੀਜ਼ਾਂ ਤੁਹਾਨੂੰ ਯਿਸੂ ਮਸੀਹ ਦੇ ਕੋਲ ਲੈ ਕੇ ਜਾਂਦੀਆਂ he will show you things that you have not seen before. ਕਿ ਉਹ ਤੁਹਾਨੂੰ ਇਹ ਚੀਜ਼ਾਂ ਦਿਖਾਵੇਗਾ ਜੋ ਤੁਸੀਂ ਪਹਿਲਾਂ ਕਦੇ ਨਹੀਂ ਦੇਖੀਆਂ That's why he took Peter, Paul, and John to the top of the mountain to show them this thing. ਇਸ ਕਰਕੇ ਉਹ ਪਤਰਸ ਯਹੂਨਾ ਸੌਰੀ Peter, John, and Paul. ਪੀਟਰ ਜੌਨ ਐਂਡ ਪੌਲ ਨੂੰ ਆਪਣੇ ਨਾਲ ਪਹਾੜ ਦੇ ਵੱਲ ਲੈ ਕੇ ਗਿਆ Peter, James, and John. ਜਾਂ ਪੀਟਰ ਜੇਮਸ ਐਂਡ ਜੌਨ ਨੂੰ ਆਪਣੇ ਵੱਲ ਪਹਾੜ ਵੱਲ ਲੈ ਕੇ ਗਿਆ Yeah. So Jesus doesn't take everybody on this journey. ਯਿਸੂ ਮਸੀਹ ਨੇ ਆਪਣੇ ਉਹ ਸਫ਼ਰ ਦੇ ਲਈ ਹਰੇਕ ਨੂੰ ਨਹੀਂ ਚੁਣਿਆ He knows you. ਉਹ ਸਾਨੂੰ ਜਾਣਦਾ He knows whether you can keep things to yourself. ਉਹ ਸਾਨੂੰ ਜਾਣਦਾ ਕਿ ਅਸੀਂ ਉਹਨਾਂ ਚੀਜ਼ਾਂ ਨੂੰ ਆਪਣੇ ਵਿੱਚ ਰੱਖ ਸਕਦੇ ਹਾਂ He knows whether he can trust you. ਉਹਨੂੰ ਪਤਾ ਕਿ ਮੈਂ ਤੁਹਾਡੇ ਤੇ ਵਿਸ਼ਵਾਸ ਕਰਾਂ ਜਾਂ ਨਹੀਂ And only then he will show you things. ਉਸ ਤੋਂ ਬਾਅਦ ਹੀ ਉਹ ਸਾਨੂੰ ਚੀਜ਼ਾਂ ਦਿਖਾਵੇਗਾ Why didn't he take Judas on this trip? ਉਹ ਉਸ ਨੂੰ ਯਹੂਦਾ ਨੂੰ ਕਿਉਂ ਨਹੀਂ ਆਪਣੇ ਨਾਲ ਲੈ ਕੇ ਗਿਆ Why do you think he didn't take Judas? ਤੁਹਾਨੂੰ ਕੀ ਲੱਗਦਾ ਕਿ ਉਹ ਕਿਉਂ ਨਹੀਂ ਲੈ ਕੇ ਗਿਆ Because he know that he will betray. Yeah. You see, Jesus knows every one of you. ਖੁਦਾਵੰਦ ਸਾਨੂੰ ਹਰੇਕ ਨੂੰ Including me. ਜਾਣਦਾ ਮੈਨੂੰ ਵੀ So who would he trust to tell something? Sorry? Who would he trust? Jesus, who would he trust to tell you important things? ਕੀ ਖੁਦਾਵੰਦ ਕਿਸ ਤੇ ਵਿਸ਼ਵਾਸ ਕਰ ਸਕਦਾ ਕਿ ਮੈਂ ਕਿਸ ਨੂੰ ਜ਼ਰੂਰੀਆਂ ਗੱਲਾਂ ਦੱਸਾਂ So work towards getting closer to Jesus. ਕੰਮ ਹੈ ਅਜਿਹਾ ਕਰੋ ਕਿ ਜੋ ਤੁਹਾਨੂੰ ਖੁਦਾਵੰਦ ਦੇ ਨੇੜੇ ਲੈ ਕੇ ਜਾਵੇ And Jesus will take you up a mountain. He will David- show you things. ਤੇ ਫਿਰ ਖੁਦਾਵੰਦ ਤੁਹਾਨੂੰ ਵੀ ਉੱਪਰ ਲੈ ਕੇ ਜਾਵੇਗਾ ਤਾਂ ਚੀਜ਼ਾਂ ਦਿਖਾਵੇਗਾ If you desire to know more things of the kingdom of God, ਅਗਰ ਤੁਸੀਂ ਇੱਛਾ ਰੱਖਦੇ ਹੋ ਖੁਦਾਵੰਦ ਦੇ ਰਾਜ ਦੀਆਂ ਹੋਰ ਗੱਲਾਂ ਜਾਣਨੀਆਂ then you need to be in that inner circle of Jesus. ਤੇ ਫਿਰ ਤੁਹਾਨੂੰ ਖੁਦਾਵੰਦ ਦੇ ਅੰਦਰ ਵਾਲੇ ਸਰਕਲ ਦੇ ਵਿੱਚ ਹੋਣ ਦੀ If you're ਜ਼ਰੂਰਤ outside, ਹੈ। ਅਗਰ ਤੁਸੀਂ ਉਸ ਤੋਂ ਬਾਹਰ ਹੋ you know when we cook in the pot, ਤੁਹਾਨੂੰ ਪਤਾ ਕਿ ਅਗਰ ਅਸੀਂ ਕਿਸੇ ਭਾਂਡੇ ਦੇ ਵਿੱਚ ਕੋਈ ਖਾਣਾ ਬਣਾਉਂਦੇ where ਹਾਂ is the food? Inside, isn't it? ਜੋ ਖਾਣਾ ਹੁੰਦਾ ਅੰਦਰ ਹੁੰਦਾ Would you prefer eating the food that is inside or that's fallen outside? on ਤੁਸੀਂ the ਕੀ side? ਪ੍ਰੈਫਰ ਕਰਦੇ ਹੋ ਕਿ ਅੰਦਰ ਜਾਂ ਖਾਣਾ ਹੋਵੇ ਬਾਹਰ ਹੋਵੇ ਖਿੰਡਿਆ ਹੋਵੇ You won't want to eat the food that's fallen down, would you? ਕਿ ਤੁਸੀਂ ਇਹ Would ਖਾਣਾ you like to eat ਪਸੰਦ that food fallen from outside? No.
You want what is on the inside. Yeah. ਫਿਰ ਤੁਸੀਂ ਉਹ ਖਾਣਾ ਖਾਣਾ ਪਸੰਦ ਕਰੋਗੇ ਜੋ ਇੱਧਰ ਉੱਧਰ ਗਿਰਿਆ ਹੋਊਗਾ ਜਾਂ ਉਹ ਖਾਣਾ ਜੋ ਭਾਂਡੇ ਦੇ ਵਿੱਚ So ਹੋਊਗਾ। the same thing is when you are closer to Jesus, He will give you the good food that is on the inside. ਇਸੇ ਤਰ੍ਹਾਂ ਅਗਰ ਅਸੀਂ ਖੁਦਾਵੰਦ ਦੇ ਨੇੜੇ ਹੋਵਾਂਗੇ ਜਾਂ ਖੁਦਾਵੰਦ ਦੇ ਅੰਦਰ ਵਾਲੇ ਸਰਕਲ ਵਿੱਚ ਹੋਵਾਂਗੇ, ਉਸੇ ਤਰ੍ਹਾਂ ਖੁਦਾਵੰਦ ਵੀ ਸਾਨੂੰ ਅੱਛਾ ਭੋਜਨ So ਦੇਵੇਗਾ। let's take this story and look at it very. When you go home, study it again. ਤੇ ਜਦੋਂ ਤੁਸੀਂ ਘਰੇ ਜਾਓਗੇ ਤੇ ਕਹਾਣੀ ਨੂੰ ਫੇਰ ਤੋਂ ਪੜ੍ਹਨਾ। Ask. I always said to you guys, ask a lot of questions. ਕਿ ਮੈਂ ਤੁਹਾਨੂੰ ਹਮੇਸ਼ਾ ਹੀ ਕਹਿੰਦਾ ਕਿ ਉਹ ਬਹੁਤ ਜ਼ਿਆਦਾ ਕੁਐਸਚਨ ਪੁੱਛੋ। Is this for me? ਕਿ ਇਹ ਮੇਰੇ ਲਈ ਆ? What shall I do with it? ਕਿ ਮੈਂ ਇਸ ਦੇ ਨਾਲ ਕੀ ਕਰਾਂ? Yeah. When you ask those questions, the answers will come. ਕਿ ਅਗਰ ਤੁਸੀਂ ਉਸ ਦੇ ਕੁਐਸਚਨ ਪੁੱਛੋਗੇ ਤਾਂ ਆਨਸਰ ਵੀ ਆਪਣੇ ਆਪ ਹੀ If you ਆਣਗੇ। don't ask the questions, it just goes. ਅਗਰ ਤੁਸੀਂ ਕੁਐਸਚਨ ਨਹੀਂ ਪੁੱਛੋਗੇ ਤਾਂ ਸਿਰਫ ਚਲੀ ਜਾਏਗਾ। Because when I do the same thing, I ask a lot of questions when I read. ਮੈਂ ਬਹੁਤ ਜ਼ਿਆਦਾ ਕੁਐਸਚਨ ਪੁੱਛਦੇ ਜਦੋਂ ਮੈਂ ਪੜ੍ਹਦਾ। And when I get surprised when the answers come back to me. ਤੇ ਮੈਂ ਹੈਰਾਨ ਹੁੰਦਾ ਜਦੋਂ ਮੈਨੂੰ ਉੱਤਰ ਮਿਲਦੇ ਆ। Sometimes I say, Lord, is that for me? And He'll say, yes, that's for you. So I have to put it in practice. ਤੇ ਕਈ ਵਾਰ ਕੀ ਹੁੰਦਾ ਮੈਂ ਖੁਦਾ ਨੂੰ ਪੁੱਛਦਾ ਮੇਰੇ ਲਈ ਆ ਤਾਂ ਖੁਦਾ ਕਹਿੰਦਾ ਹਾਂ ਤੇਰੇ ਲਈ, ਤੇ ਫਿਰ ਮੈਂ ਉਸ ਨੂੰ ਆਪਣੇ ਜੀਵਨ ਦੇ ਵਿੱਚ ਲਾਗੂ Some ਕਰਦਾ। people think that this is not for me, this is for somebody else. That's for Aman Kumar. He'll do it, not for me. ਕਈ ਵਾਰ ਕੀ ਹੁੰਦਾ ਕਿ ਲੋਕੀ ਕਹਿੰਦੇ ਮੇਰੇ ਲਈ ਨਹੀਂ, ਅਮਨ ਬ੍ਰਦਰ ਦੇ ਲਈ ਆ ਕਿ ਉਹ ਇਸ ਨੂੰ ਦੇਖਣਗੇ। But when we read the Bible, we need to put ourselves as a focus. Say, God, what are you teaching me today? ਤੇ ਜਦੋਂ ਅਸੀਂ ਬਾਈਬਲ ਪੜ੍ਹਦੇ ਹਾਂ ਸਾਡਾ ਫੋਕਸ ਸਿਰਫ ਬਾਈਬਲ ਵਿੱਚ ਹੋਣਾ ਚਾਹੀਦਾ ਕਿ ਖੁਦਾ ਤੁਹਾਡੇ ਨਾਲ ਅੱਜ ਕੀ ਗੱਲਬਾਤ ਕਰਨਾ ਚਾਹੁੰਦਾ। And you will get the answers that you're looking for. ਤੇ ਫਿਰ ਤੁਸੀਂ ਉਹਨਾਂ ਦੇ ਆਨਸਰ ਵੀ ਤੁਹਾਨੂੰ ਮਿਲਣਗੇ ਜਿਨ੍ਹਾਂ ਦੇ ਤੁਸੀਂ ਭਾਲ ਵਿੱਚ ਹੋ। So just always think, when you go on this journey with Jesus, ਹਮੇਸ਼ਾ ਇਸ ਗੱਲ ਨੂੰ ਧਿਆਨ ਵਿੱਚ ਰੱਖੋ ਜਦੋਂ ਤੁਸੀਂ ਯਿਸੂ ਮਸੀਹ ਨਾਲ ਸਫ਼ਰ ਤੇ ਜਾਂਦੇ ਆ you will be surprised to see the things. ਤਾਂ ਤੁਸੀਂ ਵੀ ਹੈਰਾਨ ਹੋਵੋਗੇ ਜੋ ਚੀਜ਼ਾਂ ਤੁਹਾਡੇ ਨਾਲ ਹੋਣਗੀਆਂ। But you need to be prepared. ਪਰ ਸਾਨੂੰ ਆਪਣੇ ਆਪ ਲਈ ਤਿਆਰ ਹੋਣ ਦੀ How ਜ਼ਰੂਰਤ do ਹੈ। you prepare yourself for these things? ਅਸੀਂ ਆਪਣੇ ਆਪ ਨੂੰ ਕਿਸ ਤਰ੍ਹਾਂ ਤਿਆਰ ਕਰ ਸਕਦੇ ਹਾਂ? How do you prepare yourself for these things? ਅਸੀਂ ਆਪਣੇ ਆਪ ਨੂੰ ਕਿਸ ਤਰ੍ਹਾਂ ਇਹਨਾਂ ਚੀਜ਼ਾਂ ਲਈ ਤਿਆਰ ਕਰ ਸਕਦੇ ਹਾਂ? The one important thing what God said to them was, listen to my son. ਇੱਕ ਜੋ ਜ਼ਰੂਰੀ ਗੱਲ ਹੈ ਖੁਦਾਵੰਦ ਨੇ ਆਪਣੇ ਚੇਲਿਆਂ ਨੂੰ ਕਹੀ ਕਿ ਮੇਰੇ ਪੁੱਤਰ ਨੂੰ ਸੁਣੋ। So if you listen to what this book says, ਅਗਰ ਤੁਸੀਂ ਜੋ ਇੱਕ ਕਿਤਾਬ ਕਹਿੰਦੀ ਹੈ ਇਸ ਨੂੰ ਸੁਣਨਾ you will be on the right track. ਸੁਣੋਗੇ ਤਾਂ ਤੁਸੀਂ ਵੀ ਇੱਕ ਸਹੀ ਰਸਤੇ ਦੇ ਉੱਪਰ ਹੋਵੋਗੇ। I was on the wrong track before I was saved. ਜਦੋਂ ਮੈਂ ਖੁਦਾਵੰਦ ਦੇ ਵਿੱਚ ਨਹੀਂ ਬਚਾਇਆ ਗਿਆ, ਮੈਂ ਗਲਤ ਕੰਮ ਕਰਦਾ ਸੀ। But when I started to read all this here, ਜਦੋਂ ਮੈਂ ਖੁਦਾਵੰਦ ਦੇ ਕਲਾਮ ਨੂੰ ਪੜ੍ਹਨਾ ਸ਼ੁਰੂ ਕੀਤਾ that's when my life changed. ਤੇ ਉਸ ਤੋਂ ਬਾਅਦ ਜੋ ਮੇਰੀ ਜ਼ਿੰਦਗੀ ਉਹ ਬਦਲ ਗਈ। And that's what will change your life. ਤੇ ਇਸ ਤਰ੍ਹਾਂ ਵੀ ਤੁਹਾਡੀ ਜ਼ਿੰਦਗੀ ਵੀ ਬਦਲੇਗੀ। So you have to read and meditate and study and put it into practice. ਤੇ ਤੁਹਾਨੂੰ ਕੀ ਹੈ ਕਿ ਖੁਦਾਵੰਦ ਦਾ ਕਲਾਮ ਪੜ੍ਹਨਾ ਚਾਹੀਦਾ, ਇਸ ਨੂੰ ਧਿਆਨ ਕਰਨਾ ਚਾਹੀਦਾ ਤੇ ਇਸ ਦੇ ਵਿੱਚ ਜੋ ਲਿਖਿਆ ਉਸ ਦੇ ਉੱਪਰ ਚੱਲਣਾ A ਚਾਹੀਦਾ। lot of times people don't read this. They say, I'll read tomorrow, I'll read a little bit today. You lose out, nobody else. ਕਿ ਕਈ ਵਾਰ ਕੀ ਹੁੰਦਾ ਕਿ ਲੋਕ ਕਹਿੰਦੇ ਕਿ ਨਹੀਂ ਅੱਜ ਮੈਂ ਥੋੜਾ ਪੜੂੰਗਾ, ਕੱਲ ਨੂੰ ਪੜੂੰਗਾ, ਜੋ ਉਸ ਦਾ ਆਨਸਰ ਮਿਲਣਾ ਤੁਹਾਨੂੰ ਤੁਸੀਂ ਉਸ ਚੀਜ਼ ਨੂੰ ਖੋਂਦੇ ਹੋ। Make it a challenge for you that I will read every page, every line. ਆਪਣੇ ਆਪ ਨੂੰ ਚੈਲੰਜ ਕਰੋ ਕਿ ਜੋ ਇੱਥੇ ਹਰ ਇੱਕ ਪੇਜ ਤੇ ਹਰ ਇੱਕ ਸ਼ਬਦ ਮੈਂ ਪੜ੍ਹਨਾ। Because every page, every line has important stuff in it. ਕਿ ਕੀ ਹੁੰਦਾ ਕਿ ਹਰ ਵਾਰ ਜੋ ਹਰ ਇੱਕ ਪੇਜ ਹਰ ਇੱਕ ਸ਼ਬਦ ਸਾਡੇ ਲਈ ਇੱਕ ਬਹੁਤ ਜ਼ਿਆਦਾ ਮਹੱਤਵਪੂਰਨ ਆ। So when you're studying the Bible, follow a pattern. If you're reading from Matthew, go chapter by chapter by chapter. ਕਿ ਅਗਰ ਤੁਸੀਂ ਇੱਕ ਪੈਟਰਨ ਨੂੰ ਬਣਾਓ, ਜਦੋਂ ਤੁਸੀਂ ਲਾਈਕ ਕਿ ਤੁਸੀਂ ਮਤੀ ਪੜ੍ਹਦੇ ਹੋ ਤਾਂ 1 ਤੋਂ ਲੈ ਕੇ 2 3 4 5 ਇਸ ਤਰ੍ਹਾਂ ਉਸ ਨੂੰ ਪੜ੍ਹੋ। I've seen people, you know how they read the Bible every day. ਕਿ ਮੈਂ ਬਹੁਤ ਜ਼ਿਆਦਾ ਲੋਕ ਦੇਖੇ ਹਨ ਕਿਸ ਤਰ੍ਹਾਂ ਬਾਈਬਲ ਪੜ੍ਹਦੇ ਹਨ। They'll open today, they'll read a little bit here. ਕੀ ਕਰਦੇ ਹਨ ਕਿ ਕਿਸ ਤਰ੍ਹਾਂ ਲਾਈਕ ਉਹਨਾਂ ਨੇ ਬਾਈਬਲ ਓਪਨ ਕਰਨੀ, ਜੋ ਉਹਨਾਂ ਦੇ ਅੱਖਾਂ ਸਾਹਮਣੇ ਆ ਕਿ ਉਸ ਨੂੰ ਪੜ੍ਹਦੇ Tomorrow ਹਨ। they'll come, they'll open a little bit here. ਕੱਲ ਨੂੰ ਫਿਰ ਉਹ ਪਿੱਛੇ ਤੋਂ ਪੜ੍ਹਨਗੇ, Tomorrow they'll open a little bit here. ਫਿਰ ਪਿੱਛੇ ਤੋਂ ਪੜ੍ਹਨਗੇ And they don't understand what they're ਤੇ reading. ਫਿਰ ਉਹਨਾਂ ਨੂੰ ਕੁਝ ਨਹੀਂ ਪਤਾ ਲੱਗਦਾ ਕਿ ਉਹ ਕੀ ਪੜ੍ਹ ਰਹੇ ਹਨ। But if you follow a pattern, ਅਗਰ ਤੁਸੀਂ ਇੱਕ ਪੈਟਰਨ ਕੋਡ ਨੂੰ ਫੋਲੋ ਕਰੋਗੇ it will become lighter and easier for you. ਤੇ ਫਿਰ ਉਹ ਤੁਹਾਡੇ ਲਈ ਇੱਕ ਆਸਾਨੀ ਵਾਲੀ ਗੱਲ ਹੋ ਜਾਵੇਗੀ। Amen? Amen. So I'm just encouraging you guys how that you need to read, because what God said to them, follow and listen to my son, and all the instructions are in here. ਕਿ ਮੈਂ ਤੁਹਾਨੂੰ ਸਿਰਫ ਇਹੀ ਉਤਸ਼ਾਹਿਤ ਕਰਨਾ ਚਾਹਨਾ ਕਿ ਜੋ ਖੁਦਾਵੰਦ ਨੇ ਆਪਾਂ ਸਟੋਰੀ ਦੇਖੀ ਆ ਕਿ ਮੇਰੇ ਪੁੱਤਰ ਨੂੰ ਸੁਣੋ। It's good to hear somebody preaching, ਇਹ ਅੱਛੀ ਗੱਲ ਹੈ ਕਿ ਅਗਰ ਅਸੀਂ ਕਿਸੇ ਦਾ ਕਲਾਮ ਸੁਣਦੇ ਆ, but you have to get your own revelation. ਪਰ ਤੁਹਾਨੂੰ ਆਪਣੇ ਚਾਨਣ ਦੀ ਵੀ ਹੋਣ ਦੀ ਜ਼ਰੂਰਤ ਆ। I can tell you a lot of stuff, ਮੈਂ ਤੁਹਾਨੂੰ ਬਹੁਤ ਜ਼ਿਆਦਾ ਗੱਲਾਂ ਦੱਸੀਆਂ but when you read and get your own revelation is more powerful. ਕਿ ਮੈਂ ਤੁਹਾਨੂੰ ਬਹੁਤ ਜ਼ਿਆਦਾ ਗੱਲਾਂ ਦੱਸੀਆਂ, ਪਰ ਅਗਰ ਤੁਸੀਂ ਇਸ ਨੂੰ ਪੜ੍ਹੋਗੇ ਤਾਂ ਤੁਹਾਨੂੰ ਹੋਰ ਜ਼ਿਆਦਾ ਪ੍ਰਕਾਸ਼ ਜੋ ਤੁਹਾਨੂੰ ਮਿਲੂਗਾ ਉਹ ਸਿਰਫ ਤੁਹਾਨੂੰ ਹੀ ਮਿਲਣਾ। It is life changing. ਇਹ ਤੁਹਾਡੀ ਜ਼ਿੰਦਗੀ ਵੀ ਬਦਲ ਸਕਦਾ। Yeah.
That's something I'm not saying not listen to anybody. Listen to people, but read and get your own revelation. ਮੈਂ ਹਮੇਸ਼ਾ ਤੁਹਾਨੂੰ ਕਹਿੰਦਾ ਕਿ ਲੋਕਾਂ ਨੂੰ ਨਾ ਸੁਣੋ ਪਰ ਲੋਕਾਂ ਨੂੰ ਵੀ ਸੁਣੋ ਪਰ ਜੋ ਤੁਹਾਨੂੰ ਦੱਸਿਆ ਗਿਆ ਉਸ ਨੂੰ ਘਰੇ ਜਾ ਕੇ ਇੱਕ ਵਾਰ ਪੜੋ ਤੇ ਜੋ ਤੁਹਾਨੂੰ ਉਸ ਦਾ ਪ੍ਰਕਾਸ਼ ਆਂਦਾ ਉਸ ਨੂੰ ਸੁਣੋ। So today, who wants to be in the inner circle of Jesus? ਤੁਹਾਡੇ ਵਿੱਚੋਂ ਅੱਜ ਕੌਣ ਚਾਹੁੰਦੇ ਨੇ ਕਿ ਅਸੀਂ ਯਿਸੂ ਮਸੀਹ ਦੇ ਅੰਦਰ ਵਾਲੇ Who wants to go up the mountain? ਕੌਣ ਉੱਪਰਲੇ ਪਹਾੜ ਵੱਲ ਜਾਣਾ ਚਾਹੁੰਦਾ? Ladies, you cannot wear high heels if you're going up the mountain. ਅਗਰ ਤੁਸੀਂ ਹਾਈ ਹੀਲ ਪਾਈਆਂ ਹੋਣਗੀਆਂ ਤਾਂ ਤੁਸੀਂ ਉੱਪਰ ਨਹੀਂ ਜਾ ਸਕਦੇ। You need trainers. So all of you got trainers, which is fine. ਕਿ ਅਗਰ ਤੁਸੀਂ ਟ੍ਰੇਨ ਹੋ ਤਾਂ ਫਿਰ ਇੱਕ ਅੱਛੀ ਗੱਲ ਆ। Trainers. ਹਾਂ ਸੋਰੀ ਕਿ ਅਗਰ ਤੁਸੀਂ ਟ੍ਰੇਨਰ ਸ਼ੂਜ਼ ਪਾਉਂਗੇ ਲਾਈਕ ਸਪੋਰਟ ਸ਼ੂਜ਼ ਪਾਉਂਗੇ ਤਾਂ ਇੱਕ ਅੱਛੀ ਗੱਲ ਆ। You know why I said trainers? ਤੁਹਾਨੂੰ ਪਤਾ ਕਿ ਮੈਂ ਸਪੋਰਟ ਸ਼ੂਜ਼ ਕਿਉਂ ਕਹੇ? Because an example, ਇੱਕ ਉਦਾਹਰਨ when I said high heels, I'm referring to the things of the world. ਸੋਰੀ Things of the world. High heels. ਕਿ ਜੋ ਉੱਚੀਆਂ ਹੀਲਾਂ ਨੇ ਲੇਕਿਨ ਦੁਨਿਆਵੀ ਚੀਜ਼ਾਂ ਨੇ। Yeah. You understand? So when you're trained to climb and you use proper shoes, proper word of God, you can move forward. ਕਿ ਅਗਰ ਤੁਸੀਂ ਇੱਕ ਪ੍ਰੋਪਰ ਇੱਕ ਚੰਗੇ ਢੰਗ ਦੇ ਨਾਲ ਲਾਈਕ ਚੰਗੇ ਬੂਟ ਪਾਏ ਹੋਣਗੇ ਜਾਂ ਤੁਹਾਡੇ ਕੋਲ ਕਲਾਮ ਹੋਣਗੇ ਤੁਸੀਂ ਉੱਪਰ ਜਾਓਗੇ ਤਾਂ ਤੁਸੀਂ ਉੱਪਰ ਪਹੁੰਚੋਗੇ। Amen? How many of this has helped people today? ਅੱਜ ਦਾ ਕਲਾਮ ਤੁਹਾਡੀ ਕਿੰਨੀ ਜ਼ਿਆਦਾ ਮਦਦ ਕੀਤੀ? Good. So everybody is ready to climb. ਤੇ ਹੁਣ ਸਾਰੇ ਜਣੇ ਤਿਆਰ ਹੋ ਚੜਾਈ ਕਰਨ ਦੇ So ਲਈ। where's the highest mountain here? ਤੇ ਸਭ ਤੋਂ ਉੱਚਾ ਪਹਾੜ ਕਿੱਥੇ ਆ? Trudeau's? So tomorrow we are going to Trudeau's. ਤੇ ਕੱਲ ਨੂੰ ਅਸੀਂ ਟੂਡੋ ਜਾਵਾਂਗੇ। Okay? Amen. So before I finish, I just want to say, if anybody needs any prayer after the service, then we will pray for anybody. Yeah? But ਤੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਅਗਰ ਕਿਸੇ ਵੀ ਮੇਰੇ ਭੈਣ ਜਾਂ ਭਰਾ ਨੂੰ ਪ੍ਰਾਰਥਨਾ ਦੀ ਜ਼ਰੂਰਤ ਹੈ ਤਾਂ ਅਸੀਂ ਤੁਹਾਡੇ ਲਈ ਪ੍ਰਾਰਥਨਾ ਕਰਾਂਗੇ ਮੀਟਿੰਗ ਤੋਂ ਬਾਅਦ। okay? But now, all those who wanted to be closer to Jesus and wanted to climb the mountain, just put your hand here and say, Lord, I want to do that. ਕਿ ਅਗਰ ਤੁਹਾਡੇ ਵਿੱਚੋਂ ਕਿਸੇ ਨੂੰ ਵੀ ਕੋਈ ਯਿਸੂ ਮਸੀਹ ਦੇ ਨੇੜੇ ਆਉਣਾ ਚਾਹੁੰਦਾ ਤਾਂ ਆਪਣਾ ਜੋ ਹੱਥ ਆ ਦਿਲ ਦੇ ਉੱਪਰ ਰੱਖੋ। Just say, Lord, it's me, I want to do it. ਤੇ ਕਹੋ ਕਿ ਉਹ ਮੈਂ ਆ ਤੇ ਮੈਂ ਕਰਨਾ ਚਾਹੁੰਦਾ। But listen to me. Listen. ਸੁਣੋ ਸਾਰੇ ਜਣੇ ਧਿਆਨ ਨਾਲ please। Wait for instructions. Wait for instructions. It has to come from your heart and you have to say, Lord, I want to do this. Not because I am saying, but because you want to do it. ਇਹ ਨਹੀਂ ਕਿ ਜੋ ਤੁਹਾਨੂੰ ਮੈਂ ਕਹੇ ਕਿ ਤੁਸੀਂ ਉਸ ਨੂੰ ਹੀ ਬੋਲਦੇ ਜਾਓ ਪਰ ਇਹ ਜੋ ਤੁਸੀਂ ਬੋਲਣਾ ਤੁਹਾਡੇ ਦਿਲ ਤੋਂ ਆਉਣਾ ਚਾਹੀਦਾ। So say, Lord, it's me, I want to be in that inner circle. ਕਹੋ ਕਿ ਯਿਸੂ ਮਸੀਹ ਉਹ ਮੈਂ ਆ ਤੇ ਮੈਂ ਤੁਹਾਡੇ ਨਜ਼ਦੀਕ ਹੋਣਾ ਚਾਹੁੰਦਾ। Just say to God, today it's me, I want to be in that inner ਤੇ circle. ਖੁਦਾਵੰਦ ਨੂੰ ਕਹੋ ਕਿ ਮੈਂ ਉਸ ਨੇੜੇ ਸਰਕਲ ਦੇ ਨੇੜੇ ਆਉਣਾ ਚਾਹੁੰਦਾ।